देश दुनिया च बसते पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन और मेरे नाल ने रजीव भास्कर। भास्कर साहब जी आया। बहुत बहुत शुक्रिया रंधावा जी। भास्कर साहब, छोटे होंदियां जदों किसी नाल अणबण हो जानी तां मन च होना यारो कोई तां मना लो, लेकिन कैप्टन अमरिंदर सिंह ने कि लोहे दा थण बन गए, ये भी पिंडां दी भाषा है, मनाउंदे ही नहीं। सुनिया 4 मंत्री इस गल ते सहमत हो गए कि जे 4 नूं मना लैण ते कोई मुश्किल नहीं, असीं नाल तुरन नूं तैयार हां, पर इधर कोई विचोलिया ही नहीं पैंदा। इहदे ते गल करांगे। चिट्ठियों चिट्ठी होई गल पाणियों पाणी होई जांदी आ, लेकिन दूजे बन्ने वो पुरानी बोली आ सारे ही पंजाब दी कि तेरे बाजरे दी राखी जावे मैं ना बहिंदी वे। मैं ना बहिंदी वाली गल ढींडसा और ब्रह्मपुरा साहब ने करती है भी असीं नहीं मुड़दे। सुखबीर सिंह बादल नाल जाना वहम भरम ने, पालो ना। साडे कारकुनां नूं, वर्करां नूं ਇਹ ਰਿਊਮਰਸ ਦੇ ਵਿੱਚ ਪਾਇਆ ਜਾ ਰਿਹਾ ਕਿ ਤੁਹਾਡੇ ਲੀਡਰ ਮੁੜ ਆਉਣੇ ਆ, ਤੁਹਾਡਾ ਕੀ ਬਣੂ। ਐਸਾ ਕੁਝ ਨਹੀਂ, ਜੀਂਦੇ ਜੀ ਨਹੀਂ ਜਾਂਦੇ, ਜੀਂਦੇ ਜੀ ਨਹੀਂ ਜਾਂਦੇ। ਲੇਕਿਨ ਮੈਂ ਅੱਗੇ ਤੁਰਾਂ ਤਾਂ ਪੰਜਾਬ ਦੇ ਗਵਰਨਰ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਵੀ ਮਿਲ ਲੈਂਦੇ ਆ, ਗ੍ਰਹਿ ਮੰਤਰੀ ਨੂੰ ਵੀ ਮਿਲ ਲੈਂਦੇ ਆ, ਤੇ ਇਹ ਤੋਂ ਪਹਿਲਾਂ ਉਹ ਜਦੋਂ ਹਲਫ ਲੈਣ ਆਏ ਸੀ ਪੰਜਾਬ ਦੇ ਸਾਰੇ ਪ੍ਰਿੰਸੀਪਲ ਸਕੱਤਰਾਂ ਤੇ ਮੁੱਖ ਮੰਤਰੀ ਨੂੰ ਮਿਲ ਕੇ ਗਏ ਆ। ਸੋ 2 ਕਦਮ ਅੱਗੇ ਜਾਂਦੇ ਆ ਤਾਂ ਕਰਨਾਲ ਵਾਲੀ ਸਾਈਡ ਤੇ ਕਿਸਾਨਾਂ ਨੇ ਪੂਰਾ ਭੜਥੂ ਪਾਇਆ, ਖੱਟੜ ਸਰਕਾਰ ਦੀ ਨੱਕ 'ਚ ਦਮ ਕੀਤਾ ਹੈ ਔਰ ਅਜੇ ਉਹ ਧਰਨੇ ਤੇ ਨੇ। ਜਿਹੜੇ ਅਧਿਕਾਰੀ ਨੇ ਜ਼ਿਆਦਤੀ ਕੀਤੀ ਔਰ ਅਨੈਤਿਕ ਕਾਰਵਾਈ ਕੀਤੀ, ਉਹਨੂੰ ਬਰਖਾਸਤ ਕਰਨ ਦੀ ਤਾਂ ਗੱਲ ਵੱਖਰੀ ਹੈ, ਸਸਪੈਂਡ ਤੱਕ ਨਹੀਂ ਕੀਤਾ ਗਿਆ, ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਲੇਕਿਨ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਬਹੁਤ ਅੱਗੇ ਵੱਧ ਚੁੱਕੀ ਆ, ਰੌਲਾ ਬਹੁਤ ਪਿਆ। ਲੇਕਿਨ ਜੇ ਉਹਦੇ ਨਾਲ ਜੁੜਦੀ ਇੱਕ ਹੋਰ ਖਬਰ ਦੇਖੀਏ ਤਾਂ ਉਹ ਖਬਰ ਪੰਜਾਬ ਦੇ ਵਿੱਚ ਸੜਕਾਂ ਤੇ ਦਨਦਨਾਉਂਦੀਆਂ ਪ੍ਰਾਈਵੇਟ ਬੱਸਾਂ ਨਾਲ ਜੁੜੀ ਆ। ਅਖੇ 700 ਬੱਸ ਜਿਹੜੇ ਜਾਰੀ ਹੋਏ ਰੂਟ ਪਰਮਿਟ ਉਹਨਾਂ ਤੋਂ ਵੱਧ ਚੱਲੀ ਜਾਂਦੀ ਆ, ਔਰ ਬਹੁਤ ਸਾਰੇ ਰੂਟ ਪਰਮਿਟ ਜਿੰਨੇ ਦਿੱਤੇ ਗਏ ਸੀ ਜੋਰਾਵਰਾਂ ਨੇ ਉਹ ਤੋਂ ਅੱਗੇ ਐਕਸਟੈਂਡ ਵੀ ਕਰਾ ਲਏ, ਲੇਕਿਨ ਕਿਸੇ ਨੇ ਭਿਣਕ ਤੱਕ ਨਾ ਕੱਢੀ। ਹੁਣ ਵੀ ਅਜੇ ਉਵੇਂ ਹੀ ਚੱਲੀ ਜਾਂਦਾ। ਫਾਈਲ ਕਹਿੰਦੇ ਨੇ ਕਿ ਉਹ ਐਡਵੋਕੇਟ ਜਨਰਲ ਦੇ ਦਫ਼ਤਰ 'ਚ ਪਈ ਰੱਦ ਕਰਨ ਨੂੰ ਫਿਰਦੇ ਆ। 4.5 ਸਾਲ ਤੋਂ ਉੱਤੇ ਆ ਕੇ ਕੁਝ ਸੋਚਾਂ ਸੋਚੀਆਂ ਜਾ ਰਹੀਆਂ ਨੇ। ਖੈਰ, ਇਹ ਪ੍ਰਵਾਨ ਚੜ ਜਾਣ, ਪੰਜਾਬੀਆਂ ਨੂੰ ਕੋਈ ਸਾਹ ਆਵੇ, ਰੈਵਨਿਊ ਸਰਕਾਰੀ ਖਜ਼ਾਨੇ 'ਚ ਜਾਵੇ, ਲੋਕਾਂ ਦੀਆਂ ਜੇਬਾਂ 'ਚ ਨਾ ਜਾਵੇ। ਅਜੇ ਮਾਈਨਿੰਗ ਉੱਥੇ ਦੀ ਉੱਥੇ ਆ। ਤੁਸੀਂ ਕਦੇ ਰੋਪੜ ਵੱਲ ਗੇੜਾ ਮਾਰ ਲਓ, ਤੁਸੀਂ ਕਦੇ ਇੱਧਰ ਧਾਰ ਕਲਾਂ ਵੱਲ ਗੇੜਾ ਮਾਰ ਲਓ, ਕੰਡੀ ਏਰੀਆ ਦੇ ਵਿੱਚ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਸੈਂਕੜੇ ਤੇ ਸੈਂਕੜੇ ਟਰੱਕ ਦਨਦਨਾਉਂਦੇ ਫਿਰਦੇ ਆ। ਪੰਜਾਬ ਤੇਰਾ ਅੱਲਾ ਬੇਲੀ। ਭਾਸਕਰ ਸਾਹਿਬ, ਸ਼ੁਰੂ ਕਰਦੇ ਆ। ਕਿਸਾਨਾਂ ਨੇ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਦੇ ਨੱਕ 'ਚ ਦਮ ਕਰਤਾ, ਪੰਜਾਬ ਦੇ ਵਿੱਚ ਵੀ ਕੰਬਣੀ ਜੀ ਛਿੜਦੀ ਆ ਸ਼ਾਸਕਾਂ, ਹਾਕਮਾਂ ਤੇ ਸਿਆਸੀ ਲੀਡਰਾਂ ਨੂੰ। ਕੀ ਕਹਿੰਦੇ ਹੋ ਰੰਧਾਵਾ ਜੀ? 26 ਨਵੰਬਰ ਲਾਸਟ ਈਅਰ ਜਦੋਂ ਇਹ ਸ਼ੁਰੂ ਹੋਇਆ ਸੀਗਾ ਕਿਸਾਨਾਂ ਦਾ ਧਰਨਾ, ਖਾਸ ਕਰਕੇ ਕਿਸਾਨ ਦਿੱਲੀ ਵੱਲ ਤੁਰੇ ਸੀਗੇ, ਉਹਨਾਂ ਨੂੰ ਸਿੰਘੂ ਬਾਰਡਰ ਰੋਕ ਦਿੱਤਾ ਗਿਆ। ਤਦ ਤੋਂ ਲੈ ਕੇ ਅੱਜ ਤੱਕ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ। ਹਰਿਆਣਾ ਸਰਕਾਰ ਨੇ ਇੱਕ ਨਵਾਂ ਪੰਗਾ ਪਾ ਲਿਆ। ਪਿਛਲੇ ਦਿਨੋਂ ਕਿਸਾਨ ਇਕੱਠੇ ਹੋਏ ਸੀ ਕਰਨਾਲ ਦੇ ਵਿੱਚ, ਜਿੱਥੇ ਮੁੱਖ ਮੰਤਰੀ ਦਾ ਪ੍ਰੋਗਰਾਮ ਸੀਗਾ। ਉਹਦੇ ਵਿੱਚ ਪ੍ਰੋਟੈਸਟ ਵਾਸਤੇ ਇਕੱਠੇ ਹੋਏ ਸੀ, ਪਰ ਲਾਠੀ ਚਾਰਜ ਤੇ ਹੋਇਆ। ਪਰ ਲਾਠੀ ਚਾਰਜ ਦੇ ਆਰਡਰ ਦੇਣ ਵਾਲਾ SDM, ਜਿਹਦੀ ਵੀਡੀਓ ਵਾਇਰਲ ਹੋਈ, ਉਹਦੇ ਵਿੱਚ ਸਾਫ਼-ਸਾਫ਼ ਕਹਿੰਦਾ ਹੈ ਕਿ ਸਿੱਧਾ ਜਾ ਕੇ ਸਿਰ ਪਾੜ ਦਿਓ ਇਹਨਾਂ ਤੇ। ਯਾਨੀ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਿਸਾਨਾਂ ਨੂੰ ਜ਼ਰੂਰ ਇੱਕ ਵਿਰੋਧ ਦਾ ਵੀ, ਔਰ ਸਿਰ ਪਾੜੇ ਵੀ, ਐ ਨਹੀਂ ਕਿ ਸਿਰ ਨਹੀਂ ਪਾੜੇ, ਸਿਰ ਪਾੜੇ ਵੀ। ਇੱਕ ਕਿਸਾਨ ਦੀ ਮੌਤ ਹੋਈ, ਔਰ ਜਿਸ ਤਰੀਕੇ ਨਾਲ ਵਿਦਆਊਟ ਐਨੀ ਪ੍ਰੋਵੋਕੇਸ਼ਨ, ਯਾਨੀ ਕਿਸਾਨ ਬੜੀ ਸ਼ਾਂਤੀ ਨਾਲ ਧਰਨਾ ਦੇ ਰਹੇ ਸੀਗੇ, ਉਹਨਾਂ ਦੇ ਉੱਤੇ ਲਾਠੀਆਂ ਬਰਸਾਈ ਗਈ। ਉਹਦੇ ਵਿਰੋਧ ਦੇ ਵਿੱਚ ਕੱਲ ਮਹਾ ਪੰਚਾਇਤ ਸੀਗੀ ਕਰਨਾਲ ਦੇ ਵਿੱਚ। ਤਿਆਰੀਆਂ ਪੂਰੀ ਸੀ ਸਰਕਾਰ ਵੱਲੋਂ ਵੀ। ਇੰਟਰਨੈਟ, ਮੋਬਾਈਲ ਬੰਦ ਕਰ ਦਿੱਤੇ ਗਏ, ਨਾਕੇ ਲਾ ਦਿੱਤੇ ਗਏ, ਰੂਟ ਡਾਇਵਰਟ ਕਰ ਦਿੱਤਾ ਗਿਆ। ਲੱਗਦਾ ਐ ਸੀਗਾ ਕਿ ਵੀ ਕਿਸਾਨਾਂ ਨੂੰ ਕਰਨਾਲ ਪਹੁੰਚਣ ਤੋਂ ਕਿਸੇ ਵੀ ਤਰੀਕੇ ਨਾਲ ਰੋਕਿਆ ਜਾਏਗਾ, ਕਿਉਂਕਿ ਧਾਰਾ 144 ਵੀ ਲਾਈ ਗਈ ਸੀ। ਪਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਉੱਥੇ ਪਹੁੰਚੇ। ਹਜ਼ਾਰਾਂ ਦੀ ਤਾਦਾਦ ਇਸ ਤਰ੍ਹਾਂ ਕਹਿ ਰਿਹਾ ਕਿਉਂਕਿ ਲੱਖ ਵੀ ਹੋ ਸਕਦੇ ਨੇ। ਗਿਣਤੀ ਇੰਨੀ ਜ਼ਿਆਦਾ ਸੀਗੀ ਕਿ ਸਰਕਾਰ, ਖਾਸ ਕਰਕੇ ਖੱਟਰ ਸਰਕਾਰ ਦੇ ਪਸੀਨੇ ਛੁੱਟ ਗਏ। ਕੋਈ ਧਾਰਾ 144 ਦੀ ਗੱਲ ਨਹੀਂ ਕੀਤੀ ਕੱਲ। ਇਹ ਵੀ ਨਹੀਂ ਦੱਸਿਆ ਕਿ ਇਹ ਲੱਗੀ ਸੀਗੀ। ਯਾਨੀ ਇੱਕ ਦਿਨ ਪਹਿਲੇ ਮੁੱਖ ਖਬਰਾਂ ਦੇ ਵਿੱਚ ਇਹ ਚੱਲਦਾ ਸੀ ਵੀ ਕਰਨਾਲ ਮੇ ਲਾਈ ਧਾਰਾ 144। ਉਸ ਤੋਂ ਬਾਅਦ ਪੂਰੇ ਇੰਤਜ਼ਾਮ 30 ਕੰਪਨੀਆਂ ਪੈਰਾਮਿਲਟਰੀ ਫੋਰਸਿਸ ਦੀ ਲੱਗੀ, ਪੁਲਿਸ ਦੀ ਲੱਗੀ। ਪਰ ਉੱਥੇ ਕਿਸਾਨਾਂ ਨੇ ਇੱਕ ਮੀਟਿੰਗ ਕੀਤੀ ਉੱਥੇ ਦੇ ਐਡਮਿਨਿਸਟ੍ਰੇਸ਼ਨ ਨਾਲ। ਮੰਗ ਕੀ ਸੀਗੀ? ਸਿਰਫ 3 ਮੰਗਾਂ ਸੀਗੀ ਕਿ ਜਿਹੜਾ ਕਿਸਾਨ ਦੀ ਲਾਠੀ ਚਾਰਜ ਦੇ ਵਿੱਚ ਮੌਤ ਹੋਈ ਹੈ
ਉਹਨੂੰ ਕੰਪਨਸੇਸ਼ਨ ਮਿਲੇ, ਜੋ ਕਿਸਾਨ ਇੰਜਰਡ ਹੋਏ ਨੇ ਉਹਨਾਂ ਦਾ ਇਲਾਜ ਕਰਾਇਆ ਜਾਏ, ਤੇ ਤੀਜਾ ਉਹ ਐਸਡੀਐਮ ਜਿਹਨੇ ਇਹ ਸਿਰ ਪਾੜਨ ਦੇ ਆਰਡਰ ਦਿੱਤੇ ਸੀਗੇ ਉਹਨੂੰ ਸਸਪੈਂਡ ਕੀਤਾ ਜਾਏ। ਪਰ ਖੱਟੜ ਸਰਕਾਰ ਨੇ ਇਹ ਤਿੰਨੋਂ ਮੰਗਾਂ ਸਿਰੇ ਤੋਂ ਨਕਾਰ ਦਿੱਤੀਆਂ। ਬਾਅਦ ਚੋਂ ਦੂਜੇ ਦੌਰ ਦੀ ਮੀਟਿੰਗ ਦੇ ਵਿੱਚ ਮੰਗ ਸਿਰਫ ਇੱਕ ਰੱਖੀ ਗਈ ਕਿ ਉਸ ਐਸਡੀਐਮ ਨੂੰ ਸਸਪੈਂਡ ਕੀਤਾ ਜਾਏ, ਉਹ ਵੀ ਮੰਗ ਨਹੀਂ ਮੰਨੀ ਗਈ। ਫਿਰ ਕਿਸਾਨਾਂ ਨੇ ਰੁਖ ਕਰ ਲਿਆ ਮਿਨੀ ਸੈਕਟਰੀਏਟ ਦਾ। ਲੱਗਦਾ ਐ ਸੀਗਾ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਦ ਸਰਕਾਰ ਮਿਨੀ ਸੈਕਟਰੀਏਟ ਜਾ ਰਹੀ, ਕਿਸਾਨ ਮਿਨੀ ਸੈਕਟਰੀਏਟ ਜਾ ਰਹੇ ਹੋਣਗੇ ਤੇ ਰਸਤੇ 'ਚ ਕੋਈ ਰਫੜ ਪਏਗਾ। ਬੜੀ ਸ਼ਾਂਤੀ ਨਾਲ, ਈਵਨ ਟ੍ਰੈਫਿਕ ਵੀ ਨਾਲ ਦੇ ਨਾਲ ਚੱਲਦਾ ਸੀਗਾ। ਉਹ ਮਿਨੀ ਸੈਕਟਰੀਏਟ ਜਾਂਦੇ ਨੇ, ਰਸਤੇ ਵਿੱਚ ਉਹਨਾਂ ਦੇ ਆਗੂਆਂ ਨੂੰ ਫੜ ਲਿੱਤਾ ਜਾਂਦਾ ਹੈ, ਉਹਦੇ ਉੱਤੇ ਮਾੜਾ ਮੋਟਾ ਜਿਹਾ ਪ੍ਰੋਟੈਸਟ ਹੁੰਦਾ ਹੈ, ਛੱਡ ਦਿੱਤਾ ਜਾਂਦਾ ਹੈ। ਜਿਨ੍ਹਾਂ ਬੱਸਾਂ ਦੇ ਵਿੱਚ ਕਿਸਾਨਾਂ ਨੂੰ ਅਰੈਸਟ ਕਰਕੇ ਲੈ ਕੇ ਜਾਣਾ ਚਾਹੀਦਾ ਸੀਗਾ, ਕਿਸਾਨਾਂ ਨੇ ਉਹਨਾਂ ਹੀ ਬੱਸਾਂ ਦੀ ਹਵਾ ਤੱਕ ਕੱਢਤੀ। ਪਾਣੀ ਦੀ ਬੁਛਾਰਾਂ ਹੋਈ। ਚਲੋ ਓਵਰਆਲ ਕੱਲ ਸ਼ਾਂਤੀਮय ਤਰੀਕੇ ਨਾਲ ਉਹ ਮਿਨੀ ਸੈਕਟਰੀਏਟ ਪਹੁੰਚ ਗਏ। ਹੁਣ ਰਾਤ ਤੋਂ ਉਹਨਾਂ ਨੇ ਪੱਕੇ ਤੰਬੂ ਲਾ ਲਏ ਨੇ, ਉੱਥੇ ਪੱਕਾ ਡੇਰਾ ਲਾ ਲਿਆ। ਔਰ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀ ਮੰਗਾਂ ਪੂਰੀ ਨਹੀਂ ਹੋਣਗੀਆਂ ਤਦ ਤੱਕ ਉਹ ਮਿਨੀ ਸੈਕਟਰੀਏਟ ਦੇ ਬਾਹਰ ਬੈਠੇ ਰਹਿਣਗੇ। ਹਰਿਆਣਾ ਸਰਕਾਰ ਦੇ ਵਾਸਤੇ ਇੱਕ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ ਹੈ, ਕਿਉਂਕਿ ਪਹਿਲੇ ਵੀ ਸਿੰਘੂ ਬਾਰਡਰ ਕਹੋ ਜਾਂ ਟੀਕਰੀ ਬਾਰਡਰ ਕਹੋ ਜਾਂ ਬਹਾਦੁਰਗੜ੍ਹ ਬਾਰਡਰ ਕਹੋ, ਉਹ ਵੀ ਹਰਿਆਣਾ 'ਚ ਹੀ ਬੈਠੇ ਨੇ। ਹੁਣ ਕਰਨਾਲ ਦੇ ਵਿੱਚ ਇੱਕ ਨਵਾਂ ਧਰਨਾ, ਨਵਾਂ ਇੱਕ ਐਜੀਟੇਸ਼ਨ ਸ਼ੁਰੂ ਹੋ ਗਿਆ, ਜਿਹਦੇ ਕਰਕੇ ਹਰਿਆਣਾ ਸਰਕਾਰ ਭਾਵੇਂ ਇਹ ਗੱਲ ਕਹਿ ਜ਼ਰੂਰ ਰਹੀ ਹੈ ਕਿ ਅਸੀਂ ਬੜੀ ਸਖਤੀ ਨਾਲ ਨਿਪਟਾਂਗੇ, ਪਰ ਸਖਤੀ ਕਰਨ ਵਾਸਤੇ ਵੀ ਹਿੰਮਤ ਚਾਹੀਦੀ ਹੈ। ਜਦ ਕਿਸਾਨ, ਉਹ ਵੀ ਕਈ ਸੂਬਿਆਂ ਦੇ, ਇੱਕ ਜਗ੍ਹਾ ਇਕੱਠੇ ਹੋ ਜਾਂਦੇ ਨੇ, ਔਰ ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ, ਉੱਤਰਾਖੰਡ ਦੇ ਵਿੱਚ ਇਲੈਕਸ਼ਨ 4-5 ਮਹੀਨੇ ਬਾਅਦ ਹੈਗੇ ਹੈ। ਇੱਦਾਂ ਦੇ ਹਾਲਾਤ ਮੈਨੂੰ ਲੱਗ ਰਿਹਾ ਹੈ ਕਿ ਉਹ ਹਰਿਆਣਾ ਸਰਕਾਰ ਦੇ ਵਾਸਤੇ ਵੀ ਕੋਈ ਐਕਸ਼ਨ ਲੈਣਾ ਔਖਾ ਹੋ ਜਾਏਗਾ। ਪਰ ਚਲੋ ਅੱਜ ਵੀ ਉਹ ਧਰਨੇ ਤੇ ਬੈਠੇ ਨੇ। ਕੀ ਹੁੰਦਾ ਉੱਥੇ, ਕੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੁੰਦੀ ਹੈ, ਕੀ ਹਰਿਆਣਾ ਸਰਕਾਰ ਫੇਰ ਕੋਈ ਇੱਦਾਂ ਦਾ ਸਿਰ ਪਾੜਨ ਵਾਲਾ ਸਟੈਪ ਲੈਂਦੀ ਹੈ, ਇਹ ਤੇ ਅੱਜ ਪਤਾ ਲੱਗੂਗਾ। ਪਰ ਫਿਲਹਾਲ ਇੰਟਰਨੈਟ ਤੇ ਮੋਬਾਈਲ ਸੇਵਾਵਾਂ ਅੱਜ ਰਾਤ ਤੱਕ, ਅੱਧੀ ਰਾਤ ਤੱਕ ਫੇਰ ਉਹਨੂੰ ਐਕਸਟੈਂਡ ਕੀਤਾ ਗਿਆ ਤੇ ਬੰਦ ਕਰ ਦਿੱਤੀ ਗਈ। ਦਰਅਸਲ ਭਾਸਕਰ ਸਾਹਿਬ, ਕਿਸਾਨੀ ਨੇ, ਇਸ ਅੰਦੋਲਨ ਨੇ ਮੁੜ ਕੇ ਦਮ ਦਿਖਾਇਆ ਕਿ ਅਸੀਂ ਕਿਤੇ ਨਹੀਂ ਗਏ, ਸਾਡੀ ਸਪਿਰਿਟ ਕਾਇਮ ਆ ਔਰ ਸਾਡਾ ਲੜਨ ਦਾ ਮਾਦਾ ਅਜੇ ਵੀ ਉਵੇਂ ਹੈ। ਲੇਕਿਨ ਸਵਾਲ ਇਹ ਆ ਕਿ ਸਰਕਾਰ ਦੀ ਅੜੀ, ਕਦੇ ਸਰਕਾਰਾਂ ਦੀ ਅੜੀ ਇੰਨੀ ਤੀਬਰ ਨਹੀਂ ਹੁੰਦੀ ਜਿੰਨੀ ਇੱਥੇ ਹੋ ਗਈ। ਇਹ ਕਿਹੜੀ ਹਉਮੈ, ਇਹ ਕਿਹੜੀ ਈਗੋ ਆ ਜਿਹੜੀ ਕਿਤੇ ਖਤਮ ਹੋਣ ਦਾ ਨਾਂ ਨਹੀਂ ਲੈਂਦੀ। ਇਸ ਅੰਦੋਲਨ ਨੇ ਲਗਭਗ ਹੁਣ ਆਪਣਾ ਪੂਰਾ ਜਲਵਾ ਵਿਖਾਤਾ ਤੇ ਇਸ ਤੋਂ ਅੱਗੇ ਵਧੂਗਾ, ਘਟੂਗਾ ਨਹੀਂ, ਕਿਉਂਕਿ ਦੋਵੇਂ ਧਿਰਾਂ ਇਸ ਵੇਲੇ ਜਿੱਦ ਹੈ। ਕਿਸਾਨਾਂ ਦੀ ਜਿੱਦ ਨਹੀਂ, ਹੱਕਾਂ ਦੀ ਗੱਲ ਹੈ। ਲੇਕਿਨ ਜਿਸ ਪੱਧਰ ਤੇ ਇਹ ਅੰਦੋਲਨ ਲੈਂਦਾ ਗਿਆ, ਦੇਰ ਸਵੇਰ ਸਰਕਾਰ ਨੂੰ ਪੁੱਠੇ ਪੈਰੀ ਮੁੜਨਾ ਪੈਣਾ। ਚੰਗਾ ਹੋਵੇ ਸਮਾਂ ਰਹਿੰਦਿਆਂ ਉਹ ਠੀਕ ਫੈਸਲੇ ਲਵੇ, ਇਹ ਕਾਨੂੰਨ ਜਿਹੜੇ ਆ ਉਹ ਰੱਦ ਹੋਣ, ਵਾਪਸ ਲਏ ਜਾਣ। ਵੇਖੋ ਕਦੋਂ ਤੱਕ ਵਾਪਰਦਾ। ਲੇਕਿਨ ਪੰਜਾਬ ਦੀ ਰਾਜਨੀਤੀ ਵੱਲ ਜਦੋਂ ਆਉਂਦੇ ਆ ਨਾ, ਤੇ ਸਭ ਤੋਂ ਇਸ ਵੇਲੇ ਤਿੱਖਾ ਜਿਹੜਾ ਵੇਗ ਹੈ, ਹੁਣ ਜੇ ਕਿਸਾਨੀ ਨਾਲ ਹੀ ਜੋੜ ਲਈਏ ਤਾਂ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੇ ਗਵਰਨਰ ਦਾ ਜ਼ਿਕਰ ਕਰ ਲਈਏ ਕਿ ਉਹ ਪੰਜਾਬ ਦੀ ਗੇੜੀ ਬੜੇ ਗਹਿ-ਗਚ ਤਰੀਕੇ ਨਾਲ ਲਾਉਂਦੇ ਆ। ਉਹਨਾਂ ਕੋਲ ਐਡੀਸ਼ਨਲ ਚਾਰਜ ਹੈ। ਬਨਵਾਰੀ ਲਾਲ ਪ੍ਰੋਹਤ ਇੱਕ ਬਹੁਤ ਅੱਛੀ ਹਸਤੀ ਨੇ। ਜੇ ਉਹਨਾਂ ਦਾ ਟਰੈਕ ਰਿਕਾਰਡ ਦੇਖਿਆ ਜਾਵੇ ਬਤੌਰ ਰਾਜਨੀਤੀਵਾਨ, ਤੇ ਉਹ ਕਾਫੀ ਵਾਰ ਮੈਂਬਰ ਪਾਰਲੀਮੈਂਟ ਔਰ ਇੱਕ ਤੋਂ ਵੱਧ ਵਾਰੀ ਉਹ ਐਮਐਲਏ ਬਣਦੇ, ਇੱਕ ਵਾਰੀ ਮੰਤਰੀ ਵੀ ਬਣਦੇ ਆ। ਸੋ ਉਹੋ ਜਿਹੇ ਵਿਅਕਤੀ ਦਾ ਚਾਰਜ ਲੈਣਾ ਤੇ ਚਾਰਜ ਲੈਣ ਤੋਂ ਬਾਅਦ ਐਕਟਿਵ ਨਜ਼ਰ ਆਉਣਾ। ਆਮ ਤੌਰ ਤੇ ਜਿਹੜੇ ਐਡੀਸ਼ਨਲ ਚਾਰਜ ਹੁੰਦੇ ਆ ਉਹਦੇ ਚ ਇੱਕ ਰਸਮ ਜੀ ਕਰਕੇ ਵਾਪਸ ਮੁੜ ਜਾਂਦੇ ਆ, ਜਾਂ ਕੋਈ ਫਾਈਲਾਂ ਕਢਵਾਉਣ ਲਈ ਅਧਿਕਾਰੀ ਉੱਥੇ ਪਹੁੰਚ ਜਾਂਦੇ ਹੁੰਦੇ ਆ ਜਿਹੜੇ ਰਾਜ ਭਵਨ ਚੋਂ ਠਹਿਰੇ ਹੁੰਦੇ ਆ, ਜਾਂ ਕੋਈ ਇੱਕ ਅੱਧ ਦਿਨ ਉਹ ਹਫ਼ਤੇ ਦਾ ਰੱਖਦੇ ਆ। ਪਰ ਉਹਨਾਂ ਨੇ ਪੂਰਾ ਇਹ ਦੌਰਾ ਇੱਥੇ ਦਾ ਗੈਰ ਰਸਮੀ ਤਰੀਕੇ ਨਾਲ ਕੀਤਾ ਔਰ ਉਹਨਾਂ ਨੇ ਬਕਾਇਦਗੀ ਨਾਲ ਹਰ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਤੇ ਸਮਝਣ ਤੋਂ ਬਾਅਦ ਉਹ ਦਿੱਲੀ ਚਲੇ ਗਏ। ਔਰ ਦਿੱਲੀ ਦੇ ਵਿੱਚ ਗ੍ਰਹਿ ਮੰਤਰਾਲਾ ਤੇ ਫਿਰ ਗ੍ਰਹਿ ਮੰਤਰਾਲੇ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਹੋਣ ਦਾ ਮਤਲਬ ਹੈ ਕਿ ਪੰਜਾਬ ਦੀ ਸਥਿਤੀ ਨੂੰ ਉਹਨਾਂ ਨੇ ਉੱਥੇ ਬਕਾਇਦਾ ਰੱਖਿਆ ਹੋਊਗਾ। ਸੋ ਕਿਸਾਨੀ ਮੂਵਮੈਂਟ ਤੇ ਚੱਲਦਿਆਂ ਪੰਜਾਬ ਦੇ ਵਿੱਚ ਰਾਜਨੀਤਿਕ ਸਰਗਰਮੀਆਂ ਦੇ ਵਿੱਚ ਖੜੋਤ ਜਾਂ ਉਹਨਾਂ ਨੂੰ ਡੱਕ ਲੈਣ ਦਾ ਮਾਮਲਾ, ਇਹ ਸਾਰੇ ਮਸਲਿਆਂ ਦੇ ਚੱਲਦਿਆਂ ਅਮਰਿੰਦਰ ਸਿੰਘ ਨਾਲ ਮੀਟਿੰਗ ਤੋਂ ਬਾਅਦ ਜਾਂ ਫੀਡਬੈਕ ਗਵਰਨਮੈਂਟ ਦੀ ਲੈਣ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਹੋਊਗੀ ਉਹਦੇ ਚ ਪੰਜਾਬ ਜ਼ਰੂਰ ਡਿਸਕਸ ਹੋਇਆ ਹੋਊਗਾ। ਮੈਨੂੰ ਤੁਸੀਂ ਇਹਦੇ ਸੰਬੰਧ ਦੇ ਵਿੱਚ ਕੋਈ ਟਿੱਪਣੀ ਜ਼ਰੂਰ ਦਿਓ। ਰੰਧਾਵਾ ਜੀ, ਜਦੋਂ ਪੁਰੋਹਿਤ ਉਹਨਾਂ ਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ ਸੀ, ਉਹ ਵੀ ਤਦ ਜਦ ਉਹ ਤਮਿਲਨਾਡੂ ਦੇ ਗਵਰਨਰ ਸੀਗੇ, ਔਰ ਪੰਜਾਬ ਦਾ ਉਹਨਾਂ ਨੂੰ ਦਿੱਤਾ ਗਿਆ ਐਡੀਸ਼ਨਲ ਚਾਰਜ। ਉਹ ਇੱਥੇ ਆ ਕੇ ਜੁਆਇਨ ਕਰਦੇ ਨੇ, ਜੁਆਇਨ ਹੀ ਨਹੀਂ ਕਰਦੇ ਬਲਕਿ ਇੱਥੇ ਆ ਕੇ ਰਹਿਣ ਹੀ ਲੱਗ ਜਾਂਦੇ ਨੇ। ਕਾਫੀ ਉਹਨਾਂ ਦੀ ਮੁਲਾਕਾਤਾਂ ਮੁੱਖ ਮੰਤਰੀ ਦੇ ਨਾਲ ਵੀ ਹੋਈਆਂ,
ਔਰ ਉਹਨਾਂ ਦੀ ਮੁਲਾਕਾਤਾਂ ਜਿਹੜੇ ਅਫਸਰਸ਼ਾਹੀ ਆ ਉਹਨਾਂ ਦੇ ਨਾਲ ਵੀ ਹੋਈਆਂ, ਤੇ ਹੁਣ ਕੱਲ ਉਹਨਾਂ ਦਾ ਮੋਦੀ ਉਹਨਾਂ ਦੇ ਨਾਲ ਔਰ ਅਮਿਤ ਸ਼ਾਹ ਉਹਨਾਂ ਦੇ ਨਾਲ ਮਿਲਣਾ। ਨਾਰਮਲੀ ਇਦਾਂ ਦੀ ਕਵਾਇਦ ਤਦ ਹੁੰਦੀ ਹੈ ਜਦ ਕਿਸੇ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਏ ਔਰ ਕੋਈ ਇੱਕ ਰਿਪੋਰਟ ਸਬਮਿਟ ਕਰਨ ਵਾਸਤੇ ਗਵਰਨਰ ਸਾਹਿਬ ਨੂੰ ਕਿਹਾ ਗਿਆ ਹੋਏ ਕਿ ਤੁਸੀਂ ਉਸ ਸੂਬੇ ਦੀ ਹਾਲਾਤ ਦੇ ਉੱਤੇ ਤੁਸੀਂ ਇੱਕ ਰਿਪੋਰਟ ਸਬਮਿਟ ਕਰੋ। ਨਾਲ ਦੇ ਨਾਲ ਇਹ ਗੱਲ ਮੈਚ ਕਰਦੀ ਹੈ ਜਦ ਮਜੀਠੀਆ ਉਹਨਾਂ, ਸੁਖਬੀਰ ਬਾਦਲ ਉਹਨਾਂ ਇਸ ਗੱਲ ਦਾ ਸ਼ੋਰ ਪਾਉਂਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਤੇ ਸੂਬੇ ਦੀ ਸਰਕਾਰ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾ ਸਕਦੇ ਨੇ। ਔਰ ਬਿਊਰੋਕ੍ਰੇਸੀ ਵੀ ਉਹਦੇ ਉੱਤੇ ਹੁੰਗਾਰਾ ਭਰਦੀ ਹੈ। ਉਹਦਾ ਕਾਰਨ ਹੈ ਕਿ ਜਦ ਕਦੀ ਰਾਸ਼ਟਰਪਤੀ ਸ਼ਾਸਨ ਲੱਗਦਾ ਹੈ, ਪੰਜਾਬ ਦੇ ਵਿੱਚ ਵੀ ਲੱਗਿਆ ਹੋਇਆ ਹੈ, ਤੇ ਉਹਦੇ ਵਿੱਚ ਬਿਊਰੋਕ੍ਰੇਸੀ ਜਾਂ ਉਸ ਵਿਭਾਗ ਦਾ ਪ੍ਰਿੰਸੀਪਲ ਸੈਕਟਰੀ ਉਸ ਦੌਰਾਨ ਮੰਤਰੀ ਦਾ ਰੂਪ ਲੈ ਲੈਂਦਾ, ਯਾਨੀ ਮੰਤਰੀ ਦੀ ਸਾਰੀ ਪਾਵਰ ਉਹਦੇ ਕੋਲ ਆ ਜਾਂਦੀ ਹੈ। ਚਲੋ ਆਉਣ ਵਾਲੇ ਟਾਈਮ ਵਿੱਚ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਦਾ ਹੈ ਜਾਂ ਨਹੀਂ ਲੱਗਦਾ, ਪਰ ਉਹਦਾ ਇੱਕ ਬੇਸ ਜ਼ਰੂਰ ਤਿਆਰ ਕੀਤਾ ਜਾ ਰਿਹਾ ਹੈ, ਕਿਉਂਕਿ ਪੁਰੋਹਿਤ ਉਹਨਾਂ ਦਾ ਤਮਿਲਨਾਡੂ ਤੋਂ ਸਪੈਸ਼ਲੀ ਪੰਜਾਬ ਆਣਾ ਔਰ ਉਹ ਵੀ ਐਡੀਸ਼ਨਲ ਚਾਰਜ ਉਹਨਾਂ ਨੂੰ ਦੇਣਾ, ਕਿਉਂਕਿ ਇਹ ਬੜੇ ਸੂਝਵਾਨ ਪੋਲੀਟੀਸ਼ੀਅਨਸ ਵੀ ਰਹੇ ਨੇ ਜਿਹੜੇ ਪੁਰੋਹਿਤ ਉਹਨਾਂ ਨੇ, ਜਿੱਦਾਂ ਤੁਸੀਂ ਦੱਸਿਆ ਕਿ ਇਹ ਸਾਂਸਦ ਵੀ ਰਹਿ ਚੁੱਕੇ ਨੇ ਕਈ ਵਾਰ, ਔਰ ਅਦਰਵਾਈਜ਼ ਬੜੇ ਇੱਕ ਪੋਲੀਟਿਕਸ ਦੇ, ਰਾਜਨੀਤੀ ਦੇ ਮਾਹਿਰ ਵਿਅਕਤੀ ਹੈਗੇ ਨੇ। ਕੁਝ ਨਾ ਕੁਝ ਤੇ ਪਤਾ ਹੈ, ਅੱਗੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ ਇਹ ਗੱਡੀ ਕਿਸ ਵੱਲ ਤੁਰਦੀ ਹੈ। ਭਾਸਕਰ ਸਾਹਿਬ, ਜਦੋਂ ਅਸੀਂ ਨਾ ਸਾਰੇ ਘਟਨਾਕ੍ਰਮ ਨੂੰ ਦੇਖਦੇ ਹਾਂ, ਰਾਜਨੀਤੀ ਨੂੰ ਬਾਹਰ ਨਹੀਂ ਕੱਢ ਸਕਦੇ। ਰਾਜਨੀਤੀ ਜਿਹੜੀ ਪੰਜਾਬ ਦੇ ਵਿੱਚ ਚੱਲਦੀ ਹੈ, ਸਰਕਾਰੀ ਧਿਰ ਵਾਲੀ ਗੱਲ ਕਰ ਲਈਏ, ਇਸ ਤੋਂ ਪਹਿਲਾਂ ਕਿ ਅਸੀਂ ਢੀਂਡਸਾ ਬ੍ਰਹਮਪੁਰੇ ਦਾ ਉਹ ਬਿਆਨ ਦੇਖੀਏ, ਉਹ ਵੀ ਬਿਆਨ ਬੜਾ ਦਿਲਚਸਪ ਹੈ, ਬੜਾ ਕੁਝ ਬਿਆਨ ਦਾ ਹੈ। ਆਖਰ ਇੱਕ ਮੌਕੇ ਤੇ ਢੀਂਡਸਾ ਨਾਲ ਬਹੁਤ ਸਾਰੇ ਸੀਨੀਅਰ ਲੀਡਰ ਚਲੇ ਗਏ, ਇੰਜ ਲੱਗਦਾ ਸੀ ਅਕਾਲੀ ਦਲ ਨੂੰ ਬਹੁਤ ਵੱਡੇ ਸੰਕਟ ਚ ਪਾਤਾ ਗਿਆ। ਇਕੱਠ ਵੀ ਸੰਗਰੂਰ ਚ ਬਹੁਤ ਵੱਡੇ ਹੋਏ ਸੀ, ਲੇਕਿਨ ਉਸ ਤੋਂ ਪਹਿਲਾਂ ਅੱਜ ਉਹ ਆਪਣੀ ਹੋਂਦ ਦੀ ਲੜਾਈ ਲੜ ਰਿਹਾ। ਲੇਕਿਨ ਉਸ ਤੋਂ ਪਹਿਲਾਂ ਜੇਕਰ ਮੈਂ ਪੰਜਾਬ ਦੀ ਰਾਜਨੀਤੀ 'ਚ ਸੱਤਾਧਾਰੀਆਂ ਵੱਲ ਆਉਣਾ ਤਾਂ ਸਿੱਧੂ ਭੱਠਲ ਵੱਲ ਜਾ ਖੜੇ ਹੋਏ। ਸਭ ਤੋਂ ਵੱਧ ਮਾਈਲੇਜ ਮਿਲੀ ਹੈ ਬੀਬੀ ਭੱਠਲ ਜੀ ਨੂੰ, ਬੜੀ ਦੇਰ ਦੇ ਉਹਨਾਂ ਨੂੰ ਘਰ ਬਿਠਾਇਆ, ਇੱਕ ਵਾਰੀ ਮੁੱਖ ਮੰਤਰੀ ਕੀ ਬਣੇ, ਉਹਨਾਂ ਦੇ ਲਗਨ ਜਿਹੇ ਠੰਡੇ ਹੋ ਗਏ ਸਿਆਸਤ ਵਿੱਚ। ਬਾਅਦ ਦੇ ਵਿੱਚ ਕੋਈ ਅਹਿਮ ਅਹੁਦਾ ਨਹੀਂ ਮਿਲਿਆ, ਪਤਾ ਨਹੀਂ ਹਰ ਜਾਂਦੇ ਰਹੇ ਕਿ ਹਰਾਤ ਤੇ ਜਾਂਦੇ ਰਹੇ, ਲੇਕਿਨ ਉਹ ਬਹੁਤੀ ਵਾਰੀ ਵੱਡੇ ਅਹੁਦੇ ਨਹੀਂ ਹਾਸਲ ਕਰ ਸਕੇ। ਹੁਣ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਗਏ ਸੀ, ਵਾਹਵਾ ਨੇੜੇ ਫੋਟੋ ਆਈ, ਹੁਣ ਸਿੱਧੂ ਜਾ ਵੜੇ। ਹੁਣ ਇਸ ਤੋਂ ਅਗਲੀ ਉਹਨਾਂ ਦੀ ਕਿਹੜੀ ਇਨਿੰਗ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ। ਅਮੂਮਨ ਇਸ ਉਮਰ 'ਚ ਆ ਕੇ ਸਿਆਸਤਦਾਨ ਆਪਣੇ ਬੱਚਿਆਂ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੰਦੇ। ਖੈਰ ਆਪਾਂ ਇਸ ਗੱਲ ਨੂੰ ਵੀ ਵਿਰਾਮ ਦੇ ਲਈਏ। ਮੈਂ ਦੂਜੀ ਗੱਲ ਤੇ ਆਉਣਾ ਚਾਹੁੰਦਾ ਕਿ ਮਾਝੇ ਦੇ 3 ਤੇ 1 ਜਿਹੜੇ ਚੰਨੀ ਸਾਹਿਬ 4 ਵਜ਼ੀਰ, ਇਹ ਮੈਨੂੰ ਲੱਗਦਾ ਜਿਹੜੇ ਸਾਡੇ ਸਰੋਤ ਦੱਸਦੇ ਵੀ ਇਕੱਠੇ ਤਾਂ ਸਮਝੌਤਾ ਕਰਨ ਲਈ ਤਿਆਰ ਆ। ਕਹਿੰਦੇ ਸਾਡੀ ਕਿਹੜੀ ਜ਼ਮੀਨ ਵੰਡਣੀ ਮੁੱਖ ਮੰਤਰੀ ਨਾਲ, ਮੁੱਦਾ ਤੇ ਇੰਨਾ ਕੀ ਹੈ ਕਿ ਸਾਡੇ ਮੁੱਦੇ ਹੱਲ ਕਰ ਦਿਓ, ਸਾਨੂੰ ਵੀ ਖਲੋਣ ਜੋਗੀ ਜ਼ਮੀਨ ਦੇ ਦਿਓ। ਲੇਕਿਨ ਸੁਣਿਆ ਅੱਜ ਕੱਲ ਕੋਈ ਵਿਚੋਲਾ ਹੀ ਨਹੀਂ ਪੈ ਰਿਹਾ। 4 ਇਕੱਠਿਆਂ ਦੀ ਗੱਲ ਨਹੀਂ ਤੁਰਦੀ, 2 ਦੀ ਤੁਰਦੀ ਰਹੀ ਹੈ ਕਿ ਮੁੱਖ ਮੰਤਰੀ 2 ਨੂੰ ਲੈਣਾ ਚਾਹੁੰਦੇ, ਮਤਲਬ ਘਰ 'ਚ ਪਾਟਕ ਪਾਉਣਾ ਚਾਹੁੰਦੇ ਆ। ਤੇ ਮੁੱਖ ਮੰਤਰੀ ਸਾਹਿਬ ਇੰਜ ਨਾ ਕਰੋ, ਪੰਜਾਬ ਦੇ ਕੁਝ ਮਸਲੇ ਹੱਲ ਕਰੋ, ਇਹਨਾਂ ਨੂੰ ਵੀ ਨਾਲ ਲੈ ਲਓ, ਤੁਹਾਡਾ ਹੀ ਕੁਨਬਾ ਹੈ, ਤੁਹਾਡੇ ਨਾਲ ਹੀ ਇਕੱਠੇ ਬਹਿੰਦੇ ਰਹੇ ਆ ਬਥੇਰਾ ਕੁਝ। ਤੁਸੀਂ 4.5 ਸਾਲਾਂ 'ਚ ਲੁਕਮਾ ਕੀਤਾ ਜੇ, ਹੁਣ ਪਰਦੇਦਾਰੀਆਂ ਪਾਸੇ ਚਲੇ ਗਈਆਂ ਤੇ ਰੋਨੇ ਕਾਹਤੋਂ ਸਾਰੇ ਜਾਣੇ ਇਕੱਠੇ ਹੋ ਲੋ। ਖੈਰ ਬਟਾਲਾ ਜ਼ਿਲ੍ਹਾ ਬਣੇ ਨਾ ਬਣੇ, ਸੁਰਖੀ ਬਹੁਤ ਬਣੀ ਹੋਈ ਆ, ਟਿੱਪਣੀ ਦਿਓ ਇਹ ਬਣਦੇ ਵਿਗੜਦੇ ਸਮੀਕਰਨਾਂ ਤੇ। ਦੇਖੋ ਸਿਆਣੇ ਕਹਿੰਦੇ ਨੇ ਲੜਾਈ ਓਨੀ ਕੁ ਲੜੀ ਜਾਣੀ ਚਾਹੀਦੀ ਹੈ, ਤੁਸੀਂ ਮੁੜ ਕੇ ਵਾਪਸ ਆ ਜਾਓ ਜੇ ਹਾਰਨ ਤੋਂ ਪਹਿਲੇ। ਹੁਣ ਇਹ 4 ਮੰਤਰੀਆਂ ਨੇ ਲੜਾਈ ਦੀ ਸ਼ੁਰੂਆਤ ਹੀ ਬੜੀ ਵੱਡੀ ਗੱਲ ਤੋਂ ਕੀਤੀ ਸੀ। ਜਦ ਚੰਨੀ ਉਹਨਾਂ ਤ੍ਰਿਪਤ ਰਜਿੰਦਰ ਬਾਜਵਾ ਉਹਨਾਂ ਦੇ ਘਰੋਂ ਬਾਹਰ ਨਿਕਲ ਕੇ ਮੀਡੀਆ ਨਾਲ ਗੱਲ ਕਰਦੇ ਨੇ ਤੇ ਇਹ ਕਹਿੰਦੇ ਨੇ ਸਾਨੂੰ ਇਹ ਮੁੱਖ ਮੰਤਰੀ ਨਹੀਂ ਚਾਹੀਦਾ, ਇਹ ਮੁੱਖ ਮੰਤਰੀ ਤੇ ਸਾਨੂੰ ਵਿਸ਼ਵਾਸ ਨਹੀਂ ਹੈਗਾ, ਇਸ ਮੁੱਖ ਮੰਤਰੀ ਨੂੰ ਛੇਤੀ ਤੋਂ ਛੇਤੀ ਬਦਲ ਦੇਣਾ ਚਾਹੀਦਾ ਹੈ, ਕਿਉਂਕਿ ਮੈਨੀਫੈਸਟੋ ਦੇ ਵਿੱਚ ਕੀਤੇ ਵਾਅਦਿਆਂ ਨੂੰ ਨਾ ਇਹਨੇ ਪੂਰਾ ਕੀਤਾ, ਨਾ ਸਾਨੂੰ ਆਸ ਹੈ ਕਿ ਇਹ ਮੁੱਖ ਮੰਤਰੀ ਉਹਨਾਂ ਵਾਅਦਿਆਂ ਨੂੰ ਪੂਰਾ ਕਰ ਸਕਦੇ ਨੇ। ਉਸ ਤੋਂ ਬਾਅਦ ਬਟਾਲੇ ਜ਼ਿਲ੍ਹੇ ਨੂੰ ਬਣਾਉਣ ਵਾਸਤੇ ਜਿਹੜੀ ਮੰਗ ਹੈਗੀ ਹੈ, ਚਿੱਠੀ ਹੈਗੀ ਹੈ, ਉਹੀ ਮੰਤਰੀ ਜਿਨ੍ਹਾਂ ਨੂੰ ਸੀਐਮ ਦੇ ਉੱਤੇ ਕੋਈ ਵਿਸ਼ਵਾਸ ਨਹੀਂ ਹੈਗਾ, ਉਹ ਕਹਿੰਦੇ ਨੇ ਵੀ ਇਹ ਕੋਈ ਕੰਮ ਨਹੀਂ ਕਰ ਸਕਦੇ, ਇਹ ਆਪਣੇ ਘਰੋਂ ਪਿਛਲੇ 4 ਸਾਲ 4.5 ਸਾਲ ਨਿਕਲੇ ਤੱਕ ਨਹੀਂ, ਉਹਨੂੰ ਹੀ ਚਿੱਠੀ ਲਿਖ ਕੇ ਸਮੇਂ ਮੰਗਿਆ ਜਾਂਦਾ ਹੈ। ਉਸ ਦਾ ਜਵਾਬ ਆਉਂਦਾ ਹੈ ਵੀ ਪ੍ਰਤਾਪ ਸਿੰਘ ਬਾਜਵਾ ਤੇ ਪਹਿਲੇ ਹੀ ਸੀਪ ਲਾ ਚੁੱਕੇ ਨੇ, ਬਾਜੀ ਲਾ ਚੁੱਕੇ ਨੇ, ਉਹਨਾਂ ਨੇ ਤੇ ਇਹ ਮੰਗ ਰੱਖੀ ਸੀਗੀ। ਪਰ ਅੱਜ ਜਿਹੜਾ ਮੰਤਰੀਆਂ ਦਾ ਪਲਟਵਾਰ ਸੀਗਾ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਜਗ੍ਹਾ ਉਹ ਚੀਜ਼ ਨਜ਼ਰ ਆ ਰਹੀ ਸੀ, ਜਦ ਉਹ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਦਿਲਾ ਰਹੇ ਸੀ ਕਿ ਆਹੀ ਬਾਜਵਾ ਹੈ ਜਿਹਨੇ ਚਿੱਠੀਆਂ ਲਿਖ ਕੇ ਮੀਡੀਆ ਨੂੰ ਦੱਸੀਆਂ ਕਿ ਮੈਂ ਕੈਪਟਨ ਉਹਨਾਂ ਦੇ ਖਿਲਾਫ ਆਹ ਚਿੱਠੀ ਲਿਖੀ ਹੈ। ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਵਾਸਤੇ ਸਭ ਤੋਂ ਵੱਡੇ ਦੁਸ਼ਮਣ 4.5 ਸਾਲ ਤੱਕ ਉਹ ਪ੍ਰਤਾਪ ਬਾਜਵਾ ਹੋਣਾ ਸੀਗੇ। ਉਹ ਕਹਿੰਦੇ ਵੀ ਸਾਨੂੰ ਉਹ ਚਿੱਠੀਆਂ ਤੇ ਯਾਦ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ
ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਲਿਖੀ ਸੀ ਔਰ ਮੀਡੀਆ 'ਚ ਲੀਕ ਵੀ ਕੀਤੀ ਸੀ। ਪਰ ਇਹ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਵਾਲੀ ਚਿੱਠੀ ਕਦੋਂ ਲਿਖੀ ਇਹਦਾ ਸਾਨੂੰ ਨਹੀਂ ਪਤਾ। ਬਣਾਓ ਨਾ ਬਣਾਓ, ਪਰ ਇਹਦਾ ਸਿਹਰਾ ਜਿਹਨੂੰ ਦੇਣਾ ਦੋ। ਪਰ ਨਹੀਂ ਬਣਾਓ ਨਾ ਬਣਾਓ ਨਹੀਂ ਕਹਿੰਦੇ, ਬਣਾਓ ਸਿਹਰਾ ਭਾਵੇਂ ਪ੍ਰਤਾਪ ਸਿੰਘ ਦੇ ਸਿਰ ਹੀ ਸਜਾ ਦਿਓ। ਕਹਿਣ ਦਾ ਮਤਲਬ ਹੈ ਕ੍ਰੈਡਿਟ ਭਾਵੇਂ ਕਿਸੇ ਨੂੰ ਵੀ ਦੋ, ਪਰ ਇਹਨੂੰ ਬਟਾਲੇ ਨੂੰ ਜ਼ਿਲ੍ਹਾ ਬਣਾ ਦਿਓ। ਔਰ ਕਿਹਾ ਇਹ ਜਾਂਦਾ ਹੈ ਕਿ ਦੂਜੇ ਪਾਸੇ ਜਿਹੜੇ ਅਸਵਨੀ ਸੇਖੜੀ ਹੈਗੇ ਆ, ਜਿਨ੍ਹਾਂ ਦੇ ਨਾਲ 36 ਦਾ ਆંકੜਾ ਤ੍ਰਿਪਤ ਰਾਜਿੰਦਰ ਬਾਜਵਾ ਉਹਨਾਂ ਦਾ ਚੱਲ ਰਿਹਾ ਸੀਗਾ, ਉਹ ਕਹਿੰਦੇ ਨੇ ਬਾਬੇ ਦੇ ਵਿਆਹ ਯਾਨੀ 13 ਸੈਪਟੈਂਬਰ ਨੂੰ ਬਟਾਲਾ ਨੂੰ ਜ਼ਿਲ੍ਹਾ ਡਿਕਲੇਅਰ ਕਰ ਦਿੱਤਾ ਜਾਏਗਾ। ਤਿਆਰੀਆਂ ਤੇ ਪੂਰੀ ਹੈਗੀ ਹੈ। ਅਸੀਂ ਵੀ ਇਸ ਪ੍ਰੋਗਰਾਮ ਦੇ ਰਾਹੀਂ ਕਈ ਵਾਰ ਇਹ ਗੱਲ ਕਹਿ ਚੁੱਕੇ ਹਾਂ ਕਿ 13 ਤਰੀਕ ਯਾਨੀ ਬਾਬੇ ਦੇ ਵਿਆਹ ਦੇ ਦਿਨ ਉਹ ਬਟਾਲਾ ਜ਼ਿਲ੍ਹਾ ਡਿਕਲੇਅਰ ਹੋ ਜਾਏਗਾ। ਭਾਵੇਂ ਸਾਡੀ ਉਸ ਗੱਲਬਾਤ ਦੇ ਵਿੱਚ ਇਹ ਵੀ ਸੀਗਾ ਕਿ ਡੇਰਾ ਬਾਬਾ ਨਾਨਕ ਨੂੰ ਵੀ ਜ਼ਿਲ੍ਹਾ ਬਣਾਉਣ ਦੀ ਗੱਲ ਤੁਰੀ ਸੀਗੀ, ਪਰ ਅੱਗੇ ਨਹੀਂ ਤੁਰੀ। ਹਾਂਜੀ ਬੋਲੋ, ਤੁਸੀਂ ਕਹਿ ਰਹੇ। ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਹੈ ਭਾਸਕਰ ਸਾਹਿਬ, ਇੱਕ ਏਸੀ ਕੈਂਪ ਦਾ ਬੜਾ ਨੌਜਵਾਨ MLA ਆ, ਉਹਦਾ ਨਾਮ ਬਰਿੰਦਰਮੀਤ ਸਿੰਘ ਪਾੜਾ। ਉਹਦੇ ਦਾਦਾ ਜੀ ਸ਼ਾਇਦ ਮੈਂ ਜੇ ਗਲਤ ਨਹੀਂ ਕਰਤਾਰ ਸਿੰਘ ਪਾੜਾ ਸੀਗੇ, ਉਹ ਫੌਤ ਹੋ ਗਿਆ, ਉਹ ਵੀ MLA ਰਹੇ ਆ। ਉਸ ਤੋਂ ਬਾਅਦ ਗੁਰਮੀਤ ਪਾੜੇ ਦੇ ਪੁੱਤ ਨੇ 2 ਜਾਂ 3 ਮੁੰਡੇ ਨੇ ਉਹਦੇ, ਉਹਨਾਂ ਚੋਂ ਇੱਕ ਜਿਹੜਾ ਉਹ MLA ਬਣਿਆ, ਤਿੱਖਾ ਹੈ, ਤੇਜ਼ ਹੈ। ਉਹ ਜਾ ਕੇ ਜਿਹੜਾ ਬਾਰ ਕੌਂਸਲ ਨੇ ਸਟ੍ਰਾਈਕ ਰੱਖਤੀ ਗੁਰਦਾਸਪੁਰ ਜ਼ਿਲ੍ਹਾ ਤੋੜਨ ਲਈ, ਉਹਨਾਂ ਕੋਲ ਬਹਿ ਗਿਆ, ਕਹਿੰਦਾ ਮੇਰਾ ਕੱਖ ਨਾ ਰਵੇ, ਸਿਆਸੀ ਕੁਰਬਾਨੀ ਦੇਣੀ ਪੈ ਜੇ ਮੈਂ ਦੇ ਦੂੰ, ਆਪਾਂ ਗੁਰਦਾਸਪੁਰ ਨਹੀਂ ਟੁੱਟਣ ਦੇਣਾ। ਹੁਣ ਬਰਿੰਦਰਮੀਤ ਸਿੰਘ ਪਾੜਾ ਸੁਖੀ ਰੰਧਾਵੇ ਦੇ ਸਭ ਤੋਂ ਕਲੋਜ਼ ਆ। ਇਹ ਸਿੱਧੂ ਕੈਂਪ ਦਾ ਸਭ ਤੋਂ ਕੁਲਬੀਰ ਜੀਰੇ ਤੋਂ ਬਾਅਦ ਸਭ ਤੋਂ ਦੂਜੇ ਨੰਬਰ ਦਾ ਭੱਜ ਨੱਠ ਕਰਨ ਵਾਲਾ ਨੌਜਵਾਨ ਚਿਹਰਾ। ਉਹ ਹੁਣ ਇਹਨਾਂ ਦੀ ਆਪਸ ਵਿੱਚ ਵੀ ਰਫੜ ਪੈ ਗਿਆ, ਇਹ ਲੜਾਈ ਤਗੜੀ ਬਣ ਗਈ ਹੈ। ਪਰ ਮੇਰੇ ਕੋਲ ਜਿਹੜੀ ਇੱਕ ਹੋਰ ਪੁਖਤਾ ਖਬਰ ਸੀ ਕਿ ਪਿਛਲੇ ਦਿਨਾਂ 'ਚ ਜਦੋਂ ਮੁੱਖ ਮੰਤਰੀ ਨੂੰ ਇੱਕ MLA ਮਿਲਿਆ ਕਿ ਹੁਣ ਗੱਲ ਛੱਡੀਏ, ਮੁੱਖ ਮੰਤਰੀ ਕਹਿੰਦੇ ਮੈਂ ਤਾਂ ਛੱਡੀ ਸੀ, ਮੈਂ ਤਾਂ ਪਰਸਨਲ ਫੋਨ ਕਰਕੇ ਕਹਿੰਦਾ ਰਿਹਾ ਜੀ ਛੱਡੋ ਆ ਜਾਓ। ਉਦੋਂ ਕਹਿੰਦੇ ਨਾ ਏਦਾਂ ਨਹੀਂ ਗੱਲ ਬਣਨੀ। ਫਿਰ ਜਦੋਂ ਗੱਲ ਹੋਈ ਕਿ ਮੈਂ ਲੈ ਆਉਣਾ ਜੀ, ਉਹ ਕਹਿੰਦੇ ਜੀ ਨਹੀਂ ਮੇਰਾ ਨਾ ਜੀ 2 ਨੂੰ ਤੁਸੀਂ ਲੈ ਆਓ, 2 ਨਾਲ ਗੱਲ ਜੀ ਨਹੀਂ ਗੱਲ ਬਣਦੀ। ਫਿਰ ਇੱਕ ਹੋਰ ਲਫ਼ਜ਼ ਆਇਆ, ਕਹਿੰਦੇ ਜੀ ਇੱਕ ਤਾਂ ਇਹਨਾਂ ਦੇ ਵਿੱਚੋਂ ਅਚਕਨ ਵੀ ਸਵਾਈ ਫਿਰਦੇ ਸੀ। ਉਹਨਾਂ ਦਾ ਸਿੱਧਾ ਇਸ਼ਾਰਾ ਸੁਖਜਿੰਦਰ ਸਿੰਘ ਰੰਧਾਵਾ ਵੱਲ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ। ਅਸੀਂ ਉਹ ਤਾਂ ਜੀ ਮੈਨੂੰ ਲਾ ਕੇ ਆਪ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ। ਤੇ ਦੂਜੇ ਬੰਨੇ ਚੰਨੀ ਨੂੰ ਸਾਜ਼ਿਸ਼ ਕਰਨ ਵਾਲਿਆਂ ਦੇ ਵਿੱਚ ਵੀ ਗਰਦਾਨਿਆ ਗਿਆ ਉਸ ਗੈਰ ਰਸਮੀ ਗੱਲਬਾਤ ਦੇ ਵਿੱਚ ਜਿਹੜੀ ਸਾਡੇ ਤੱਕ ਪਹੁੰਚੀ, ਕਿਉਂਕਿ ਇਹ ਸਰੋਤ ਹੀ ਹੁੰਦੇ ਆ ਜਿਹੜੇ ਤੁਹਾਡੇ ਨਾਲ ਦੱਸ ਦਿੰਦੇ ਆ, ਤੇ ਗੱਲ ਜੇ ਹੋਏ ਤੇ ਬਾਹਰ ਨਾ ਆਵੇ ਉਹਦਾ ਵੀ ਕੋਈ ਸਵਾਦ ਨਹੀਂ। ਖੈਰ ਗੱਲਾਂ ਹੁੰਦੀਆਂ ਹੀ ਬਾਹਰ ਲਿਆਉਣ ਲਈ ਨੇ। ਤੇ ਉਹਦੇ ਵਿੱਚ 2 ਵਜ਼ੀਰਾਂ ਨੂੰ ਪਾਸੇ ਰੱਖ ਕੇ ਕਿ ਜੀ ਇਹਨਾਂ ਨਾਲ ਬਾਅਦ ਚ ਦੇਖ ਲਾਂਗੇ, ਦੂਜੇ 2 ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਤ੍ਰਿਪਤ ਰਾਜਿੰਦਰ ਬਾਜਵਾ ਨਾਲ ਗੱਲ ਕਰ ਲੈਨੇ, ਕੋਈ ਮੈਨੂੰ ਮੁਸ਼ਕਲ ਨਹੀਂ। ਲੇਕਿਨ ਉੱਥੇ ਆ ਕੇ ਪ੍ਰਤਾਪ ਸਿੰਘ ਬਾਜਵਾ ਖਲੋ ਜਾਂਦੇ ਆ, ਕਿੱਦਾਂ ਕਰਦੇ ਹੋ ਤੁਸੀਂ ਤ੍ਰਿਪਤ ਨਾਲ ਗੱਲ ਜੀ, ਅਸੀਂ ਤੁਹਾਡੇ ਨਾਲ ਔਖੇ ਵੇਲੇ ਖਲੋਤੇ। ਸੋ ਇਹ ਰੌਲੇ ਰੱਪੇ ਪੈਂਦੇ ਰਹੇ। ਹੁਣ ਬਟਾਲਾ ਜ਼ਿਲ੍ਹਾ ਬਣਦਾ ਕਿ ਨਹੀਂ ਬਣਦਾ ਇਹ ਦੇਖਣ ਵਾਲੀ ਗੱਲ ਆ। ਮੈਂ ਤੁਹਾਨੂੰ ਭਾਸਕਰ ਸਾਹਿਬ ਇਹ ਦੱਸ ਦਿਆਂ, ਅਸੀਂ ਇਹਦੇ ਤੇ ਇੱਕ ਸਿਧਾਂਤਕ ਬਹਿਸ ਕਰਵਾਉਣ ਲੱਗੇ ਆ। ਜਿਹੜੇ ਪੰਜਾਬ ਦੀ ਰਾਜਨੀਤੀ, ਇਤਿਹਾਸ, ਭੂਗੋਲਿਕ ਤੇ ਸਾਰੇ ਪੱਖਾਂ ਧਾਰਮਿਕ ਅਧਿਐਨ ਨੂੰ ਨੇੜਿਓਂ ਸਮਝਦੇ ਬੁੱਝਦੇ ਆ, ਉਹਨਾਂ ਨਾਲ ਗੱਲ ਕਰਾਂਗੇ ਜਿਹਦੇ ਵਿੱਚ ਵੱਡੇ ਸਕਾਲਰ ਹੋਣਗੇ ਕਿ ਕੀ ਬਟਾਲਾ ਜਾਂ ਡੇਰਾ ਬਾਬਾ ਨਾਨਕ, ਕੀ ਡੇਰਾ ਬਾਬਾ ਨਾਨਕ ਨੂੰ ਅਜਨਾਲਾ ਤਹਿਸੀਲ ਜਿਹੜਾ ਬਾਰਡਰ ਦਾ ਪੂਰਾ ਏਰੀਆ ਜੋੜ ਕੇ ਇੱਕ ਐਸੀ ਜਗ੍ਹਾ, ਇੱਕ ਐਸਾ ਹੱਬ ਬਣਾਇਆ ਜਾ ਸਕਦਾ। ਗੁਰੂ ਨਾਨਕ ਸਾਹਿਬ 18 ਸਾਲ ਕਰਤਾਰਪੁਰ ਸਾਹਿਬ 'ਚ ਖੇਤੀ ਕਰਦੇ ਆ। ਉਹ ਖੇਤੀ ਨਹੀਂ ਕਰਦੇ, ਉਹ ਇੱਕ ਧਰਮ ਨੂੰ ਜਿੱਥੋਂ ਕਹਿੰਦੇ ਨਾ ਜਨਮ ਲੈਣ ਦੀ ਗੱਲ, ਸਾਰੀਆਂ ਉਦਾਸੀਆਂ ਤੋਂ ਬਾਅਦ, ਸਾਰੇ ਭ੍ਰਮਣ ਤੋਂ ਬਾਅਦ, ਸਾਰੇ ਵਿਚਾਰ ਇਕੱਠੇ ਇੱਕ ਜਗ੍ਹਾ ਤੇ ਆ ਕੇ ਜਿੱਥੇ ਉਹ ਸੰਜੋਉਂਦੇ ਆ, ਜਿੱਥੇ ਉਹ ਅਸਲ ਸਿੱਖੀ ਦਾ ਨੀਂਹ ਰੱਖਦੇ ਆ ਕਿ ਕਿਰਤ ਨਾਲ ਜੋੜਦੇ ਆ, ਨਾਮ ਨਾਲ। ਉੱਥੇ ਕਹਿੰਦੇ ਜੀ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੁੰਦਾ ਸੀ, ਉੱਥੇ ਰਬਾਬ ਚੱਲਦੀ ਹੁੰਦੀ ਸੀ, ਉੱਥੇ ਕੀਰਤਨ ਬਾਬਾ ਕਰਦਾ ਸੀ, ਉੱਥੇ ਖੇਤੀ ਕਰਦਾ ਸੀ। ਸੋ ਨਾਮ ਜਪੋ ਤੇ ਵੰਡ ਛਕੋ ਤੇ ਕਿਰਤ ਕਰੋ ਵਾਲਾ ਜਿਹੜਾ ਕਨਸੈਪਟ ਹੈ, ਇਹਨੂੰ ਅੱਗੇ ਪਿੱਛੇ ਹੋ ਸਕਦਾ ਹੈ, ਲੇਕਿਨ ਇਹ ਜਿਹੜਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਕਨਸੈਪਟ ਬਾਬੇ ਨੇ ਉੱਥੋਂ ਲਿਆਂਦਾ। ਸੋ 18 ਸਾਲ ਦੇ ਵਿੱਚ ਉਹ ਸਾਰੀ ਯਾਤਰਾ ਬਾਬੇ ਦੀ ਧਾਰਮਿਕ ਤੌਰ ਤੇ ਸਿੱਖੀ ਚ ਤਬਦੀਲ ਹੁੰਦੀ ਆ, ਇੱਕ ਧਰਮ ਬਣਦਾ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਸਿੱਖਾਂ ਦਾ ਜਨਮ ਸਥਾਨ ਹੈ, ਤੇ ਉਹ ਐਨ ਹੁਣ ਉਸ ਏਰੀਏ ਚ ਰਾਵੀ ਦੇ ਕੰਢੇ ਬਾਬੇ ਨੇ ਬਹੁਤ ਚਹਿਲ ਕਦਮੀ ਕੀਤੀ ਹੋਊਗੀ। ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਇਲਾਕਿਆਂ 'ਚ ਬਹੁਤ ਸਾਰੀਆਂ ਯਾਦਗਾਰਾਂ ਨੇ ਬਾਬੇ ਦੀਆਂ। ਸੋ ਮੈਨੂੰ ਇੰਝ ਲੱਗਦਾ ਕਿ ਇੱਕ ਧਾਰਮਿਕ ਸਥਲ ਬਣ ਸਕਦਾ, ਸਿੱਖਾਂ ਦਾ ਜਨਮ ਸਥਾਨ ਬਣ ਸਕਦਾ। ਜਦੋਂ ਨਨਕਾਣਾ ਸਾਹਿਬ ਸਾਡੇ ਕੋਲ ਨਹੀਂ, ਤੇ ਉਸ ਸਥਿਤੀ ਦੇ ਵਿੱਚ ਡੇਰਾ ਬਾਬਾ ਨਾਨਕ ਨੂੰ ਅਸੀਂ ਗੋਲਡਨ ਟੈਂਪਲ ਦਰਬਾਰ ਸਾਹਿਬ ਤੋਂ ਬਾਅਦ ਇੱਕ ਐਸਾ ਸਥਾਨ ਬਣਾ ਸਕਦੇ ਹਾਂ ਜਿੱਥੋਂ ਸਿੱਖੀ ਨੂੰ ਅੱਗੇ ਵਧਾਇਆ ਜਾ ਸਕਦਾ। ਮੁੱਖ ਮੰਤਰੀ ਦੇ ਸਾਹਮਣੇ ਇੱਕ ਬੜਾ ਵੱਡਾ ਸਵਾਲ ਹੋਊਗਾ। ਸੋ ਇਹਦੇ ਉੱਤੇ ਇੱਕ ਵਿਦਵਾਨਾਂ ਦੀ ਬਹਿਸ ਲੈਂਦੇ ਆ। ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਬਟਾਲੇ ਦੀ ਅਹਿਮੀਅਤ ਕੋਈ ਘੱਟ ਨਹੀਂ ਹੈ, ਉੱਥੇ ਬਾਬੇ ਦਾ ਵਿਆਹ ਹੁੰਦਾ ਹੈ।
ਬਟਾਲੇ ਦੀ ਅਹਿਮੀਅਤ ਕਿ ਉੱਥੇ ਐਸਐਸਪੀ ਲੱਗੇ ਹੋਇਆ। ਇਹ 1988 ਦੇ ਕਰੀਬ ਦਾ ਜ਼ਿਲ੍ਹਾ ਹੈ, ਪੁਲਿਸ ਜ਼ਿਲ੍ਹਾ ਹੈ। ਮੈਂ ਸਾਫ਼ ਕਰਨਾ ਚਾਹੁੰਦਾ ਕਿ ਜਿਹੜਾ ਜ਼ਿਲ੍ਹਾ ਆਲਰੇਡੀ ਮੌਜੂਦ ਆ ਉੱਥੇ ਤੁਸੀਂ ਏਡੀਸੀ ਵੀ ਲਾ ਸਕਦੇ ਹੋ, ਉੱਥੇ ਤੁਸੀਂ ਹੋਰ ਵੀ ਪ੍ਰਬੰਧ ਕਰ ਸਕਦੇ ਹੋ, ਲੇਕਿਨ ਡੇਰਾ ਬਾਬਾ ਨਾਨਕ ਨੂੰ ਜ਼ਿਲ੍ਹਾ ਬਣਾ ਕੇ ਤੁਸੀਂ ਇਤਿਹਾਸਕ ਕੰਮ ਕਰ ਰਹੇ ਹੋਗੇ। ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹ ਇਸ ਲੜਾਈ 'ਚ ਵੱਡਾ ਫੈਸਲਾ ਲੈਣ। ਹੁਣ ਤੁਹਾਡੀ ਜਾਂਦੇ ਜਾਂਦੇ ਮੈਂ ਟਿੱਪਣੀ ਲੈ ਲਈ ਨਾ, ਅੱਜ ਨੌਕ ਕਰਦੇ ਆ ਸਭ ਤੋਂ ਵੱਡੇ ਜਿਹੜੇ ਸਿਆਣੇ ਸੂਝਵਾਨ ਪੰਜਾਬ ਦਾ ਦਰਦ ਰੱਖਣ ਵਾਲੇ ਕਿ ਕੀ ਹੋਣਾ ਚਾਹੀਦਾ, ਬਟਾਲਾ ਹੋਵੇ ਕਿ ਡੇਰਾ ਬਾਬਾ ਨਾਨਕ ਹੋਵੇ। ਖੈਰ ਮੁੱਖ ਮੰਤਰੀ ਸਿਆਸਤ ਨਾ ਕਰਨ ਇਹਦੇ ਉੱਤੇ, ਤੇ ਜਿਹੜੇ ਇਹ ਸਿਆਸਤ ਕਰ ਰਹੇ ਆ ਇਹਨਾਂ ਨੂੰ ਸ਼ੀਸ਼ਾ ਵਿਖਾਉਣ। ਕੀ ਕਹਿੰਦੇ ਹੋ? ਦੇਖੋ, ਸਿਆਸਤ ਪੱਖੋਂ ਦੇਖੋ ਔਰ ਮੰਤਰੀਆਂ ਦੀ ਮੰਗ, ਪ੍ਰਤਾਪ ਸਿੰਘ ਬਾਜਵੇ ਦੀ ਚਿੱਠੀ, ਬਟਾਲਾ ਕੌਂਸਟੀਚੁਐਂਸੀ ਦੇ ਵਿੱਚ ਕਈ ਬਾਜਵਿਆਂ ਦਾ ਅੱਖ ਰੱਖਣਾ, ਵਿੱਚ ਸੇਖਰੀ ਉਹਨਾਂ ਵੀ ਆ ਜਾਂਦੇ ਹੁੰਦੇ ਆ, ਤੇ ਇਹ ਸਾਰੇ ਰਫੜ ਦੇ ਵਿੱਚ ਲੱਗਦਾ ਹੈ ਵੀ ਬਟਾਲਾ ਹੀ ਇੱਕ ਇੱਦਾਂ ਦੀ ਜਗ੍ਹਾ ਹੈਗੀ ਹੈ ਜਿਹਦੇ ਉੱਤੇ ਸਰਕਾਰ ਤੇ ਇਹਨਾਂ ਮੰਤਰੀਆਂ ਦਾ ਜਾਂ ਫਿਰ ਬਾਜਵਿਆਂ ਦਾ, ਆਪਾਂ ਬਾਜਵੇ ਹੀ ਕਹਾਂਗੇ ਕਿਉਂਕਿ ਬਾਜਵੇ ਉੱਥੇ ਜ਼ਿਆਦਾ ਪੈਂਦੇ ਆ, ਯਾਨੀ ਉਹਦੇ ਵਾਸਤੇ ਬਟਾਲਾ ਵਾਸਤੇ ਉਹ ਪਿੱਛ। ਲੇਕਿਨ ਡੇਰਾ ਬਾਬਾ ਨਾਨਕ ਦੇ ਵਾਸਤੇ ਲੜਾਈ ਲੜਨੀ ਚਾਹੀਦੀ ਸੁੱਖੀ ਰੰਧਾਵਾ ਉਹਨਾਂ ਨੂੰ ਜੀ। ਸੁੱਖੀ ਰੰਧਾਵਾ ਡੇਰਾ ਬਾਬਾ ਨਾਨਕ ਦੇ ਮਾਮਲੇ ਦੇ ਵਿੱਚ ਚੁੱਪ ਰਹਿੰਦੇ ਹੋਏ ਉਹ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਚਿੱਠੀ ਲਿਖਦੇ ਨੇ ਔਰ ਉਹਦੇ ਵਿੱਚ ਸਾਈਨ ਵੀ ਕਰਦੇ ਨੇ। ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਸੁੱਖੀ ਰੰਧਾਵਾ ਡੇਰਾ ਬਾਬਾ ਨਾਨਕ ਦੇ ਮੁੱਦੇ ਤੇ ਅਗਰ ਬੋਲਦੇ ਤੇ ਉਹਨਾਂ ਦੀ ਕੌਂਸਟੀਚੁਐਂਸੀ ਦੇ ਵਿੱਚ ਵੀ ਔਰ ਉਹਨਾਂ ਨੂੰ ਜ਼ਿਆਦਾ ਪੋਲੀਟੀਕਲ ਫਾਇਦਾ ਵੀ ਹੋ ਸਕਦਾ ਸੀ ਔਰ ਇਹ ਗੱਲ ਜਸਟੀਫਾਈਡ ਵੀ ਹੋ ਸਕਦੀ ਸੀ। ਭਾਵੇਂ ਬਟਾਲਾ ਦੀ ਮੰਗ ਵੀ ਜਸਟੀਫਾਈਡ ਹੈ, ਪਰ ਡੇਰਾ ਬਾਬਾ ਨਾਨਕ ਦੀ ਮੰਗ ਦੇ ਵਿੱਚ ਧਰਮ ਦਾ ਇੱਕ ਬਹੁਤ ਵੱਡਾ ਵਿਸਤਾਰਾ ਇਹਦੇ ਵਿੱਚ ਹੈਗਾ, ਜਿਹਦੇ ਕਰਕੇ ਇਹ ਡਿਮਾਂਡ ਵੀ ਆਪਣੇ ਆਪ ਵਿੱਚ ਬੜੀ ਵੇਟ ਰੱਖਦੀ ਹੈ, ਜ਼ੋਰ ਹੈ ਜੀ। ਜੀ ਭਾਸਕਰ ਸਾਹਿਬ, ਹੁਣ ਜਾਂਦੇ ਜਾਂਦੇ ਸਾਡੇ ਕੋਲ ਦੋ ਮਸਲੇ। ਇੱਕ ਤਾਂ ਡਾਢਿਆਂ ਨੇ ਪਿਛਲੇ ਸਮੇਂ 'ਚ ਜਿਹੜਾ ਟਰਾਂਸਪੋਰਟ ਦਾ ਧੰਦਾ ਉਹਦੇ ਤੇ ਇਦਾਂ ਕਬਜ਼ਾ ਕਰ ਲਿਆ, ਪਿੱਛੇ ਰਿਪੋਰਟਾਂ ਛਪਦੀਆਂ ਰਹੀਆਂ ਕਿ ਸਾਰੇ ਦਾ ਸਾਰਾ ਹੀ ਸਿਆਸਤਦਾਨਾਂ ਦੀ ਝੋਲੀ 'ਚ ਪੈ ਗਿਆ। ਜਿਹੜੇ ਕੋਈ ਮਾੜੇ ਮੋਟੇ ਟਰਾਂਸਪੋਰਟਰ ਸੀਗੇ ਉਹਨਾਂ ਨੂੰ ਵੀ ਕਹਿ ਕਵਾ ਕੇ ਉਹ ਵੀ ਆਪਣੇ ਬੇੜੇ 'ਚ ਸ਼ਾਮਲ ਕਰਾ ਲਏ, ਭਾਵੇਂ ਉਹ ਹਰੇਕ ਖਿੱਤੇ 'ਚ, ਮਾਝਾ ਦੁਆਬਾ ਮਾਲਵਾ, ਇਹਨੂੰ ਆਪਾਂ ਪਾਸੇ ਨਾ ਕਰੀਏ, ਪੂਰੇ ਪੰਜਾਬ ਦੇ ਵਿੱਚ ਪੋਲੀਟੀਸ਼ੀਅਨਸ ਦੀਆਂ ਔਰ ਸਾਰੀਆਂ ਪਾਰਟੀਆਂ ਦੇ ਪੋਲੀਟੀਸ਼ੀਅਨ ਜਿਹੜੇ ਉਹਨਾਂ ਦੀਆਂ ਬੱਸਾਂ ਚੱਲਦੀਆਂ ਨੇ ਤੇ ਹਜ਼ਾਰੇਦਾਰੀ ਹੈ। ਕਦੇ ਕਦੇ ਬੱਸ ਸਟੈਂਡਾਂ ਤੇ ਧੱਕਾ ਮੁੱਕੀ ਵੀ ਹੁੰਦੀ ਹੈ ਤੇ ਫਿਰ ਉਹ ਦੱਬ ਜਾਂਦੇ ਮਸਲੇ, ਕਿਉਂਕਿ ਇੱਕ ਦੂਜੇ ਤੇ ਕੇਸ ਨਹੀਂ ਕਰਾਉਣਾ ਚਾਹੁੰਦੇ ਹੁੰਦੇ, ਸਿਰ ਸੁਰ ਪਾੜ ਕੇ ਗੁਜ਼ਾਰਾ ਕਰ ਲੈਂਦੇ। ਉਹ ਵੀ ਬਗਾਨੇ ਪੁੱਤਾਂ ਦਾ, ਬਗਾਨੇ ਇਹਨਾਂ ਦੀ ਜਗ੍ਹਾ ਲੜਦੇ ਆ ਤੇ ਜੇਬਾਂ ਇਹਨਾਂ ਦੀਆਂ ਭਰਦੀਆਂ ਖਰਚ ਛੱਡ ਦਿੰਦੇ ਆ। ਉਹ ਹੁਣ ਕਹਿੰਦੇ ਉਹਦੇ ਤੇ ਕਾਰਵਾਈ ਹੋਣ ਲੱਗੀ ਆ, ਉਹ ਰੱਦ ਕਰਨ ਲੱਗੇ ਆ ਜਿਹੜੇ ਫਾਲਤੂ ਰੂਟ ਦਿੱਤੇ ਹੋਏ ਆ ਔਰ ਜਿਹੜੇ ਗੈਰ ਕਾਨੂੰਨੀ ਦਿੱਤੇ ਹੋਏ ਆ, ਜਿਹੜੇ ਗੈਰ ਕਾਨੂੰਨੀ ਐਕਸਟੈਂਡ ਹੋਇਆ ਰੂਟ, ਕਿ ਚਲੋ ਜੇ ਕਿਸੇ ਨੂੰ ਰੂਟ ਮਿਲਿਆ ਚੰਡੀਗੜ੍ਹੋਂ ਜਲੰਧਰ ਦਾ ਤੇ ਨਾਲ ਅੰਮ੍ਰਿਤਸਰ ਵੀ ਜੋੜ ਦਿਓ, ਉਹ ਅੰਮ੍ਰਿਤਸਰ ਕੱਟਿਆ ਜਾਊਗਾ। ਹੁਣ ਖੈਰ ਮੈਂ ਇਸ ਤੋਂ ਅੱਗੇ ਆਵਾਂ ਕਿ ਅਕਾਲੀ ਦਲ ਦੇ ਵਿੱਚ ਜਦੋਂ ਵਿਭਾਜਨ ਹੁੰਦਾ, ਟੁੱਟ ਹੁੰਦੀ ਆ ਤੇ ਸੁਖਦੇਵ ਸਿੰਘ ਢੀਂਡਸਾ ਬਾਹਰ ਆਉਂਦੇ। ਉਸ ਤੋਂ ਪਹਿਲਾਂ ਵੈਸੇ ਬ੍ਰਹਮਪੁਰਾ ਆ ਚੁੱਕੇ ਸੀ ਲੇਕਿਨ ਏਡਾ ਡੈਂਟ ਨਹੀਂ ਸੀ ਪਿਆ। ਲੇਕਿਨ ਜਦੋਂ ਢੀਂਡਸਾ ਆਉਂਦੇ ਆ ਤੇ ਢੀਂਡਸਾ ਦੇ ਆਉਣ ਨਾਲ ਬਹੁਤ ਸਾਰੇ ਵੱਡੇ ਅਕਾਲੀ ਵੀ ਆਉਂਦੇ ਆ, ਜਿਨ੍ਹਾਂ ਦੇ ਵਿੱਚ ਬੀਬੀ ਗੁਲਸ਼ਨ ਆਉਂਦੇ ਨੇ, ਉਹਨਾਂ ਦੇ ਪਤੀ ਜਸਟਿਸ ਨਿਰਮਲ ਸੋ ਆਉਂਦੇ ਨੇ, ਜਿਸ ਤਲਵੰਡੀ ਦਾ ਪੁੱਤਰ ਆਉਂਦਾ ਹੈ, ਜਿਸ ਚ ਧੜਕ ਸਿੰਘ ਬਰਾੜ ਆਉਂਦੇ ਆ, ਜਿਹਦੇ ਵਿੱਚ ਹੋਰ ਇੰਨੀ ਲੰਬੀ ਫਹਿਰਿਸਤ ਆ ਕਿ ਜੇ ਤੁਸੀਂ ਉਹ ਨਾਵਾਂ ਨੂੰ ਗਣਾਉਣ ਲੱਗੋ, ਹੁਣ ਮਾਨਸਾ ਪੂਰੇ ਦਾ ਪੂਰਾ ਜ਼ਿਲ੍ਹਾ ਸੀਗਾ, ਉਹ 3-4 ਧਰੰਤਰ ਸੀ ਜਿਹੜੇ ਅਕਾਲੀ ਦਲ ਨੂੰ ਚਲਾਉਂਦੇ ਸੀ। ਇੰਜ ਲੱਗਣ ਲੱਗ ਪਿਆ ਸੀ ਕਿ ਕਿਤੇ ਇਹ ਨਾ ਹੋਵੇ। ਉਦੋਂ ਚੰਦੂ ਮਾਜਰਾ ਸਾਹਿਬ ਨਾਲ ਵੀ ਕਈ ਮੀਟਿੰਗਾਂ ਦੇ ਦੌਰ ਚੱਲੇ ਸੀ 2 ਨੰਬਰ ਕਤਾਰ ਦੇ ਢੀਂਡਸਾ ਸਾਹਿਬ ਵੱਲੋਂ। ਸੋ ਉਦੋਂ ਇੰਜ ਲੱਗਣ ਲੱਗਿਆ ਸੀ ਕਿਤੇ ਇੰਜ ਨਾ ਹੋਵੇ ਕਿ ਸੁਖਬੀਰ ਨੂੰ ਬਹੁਤ ਵੱਡੇ ਸੰਕਟ 'ਚ ਪਾ ਦੇਣ ਇਹ ਗਰੁੱਪ। ਲੇਕਿਨ ਅੱਜ ਉਹ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ। ਉਹ ਕਹਿੰਦੇ ਅਸੀਂ ਮਰਨੋਂ ਮਰ ਜਾਾਂਗੇ, ਵਾਪਸ ਨਹੀਂ ਜਾਂਦੇ। ਤੇ ਸ਼ਰਤ ਕੀ ਆ ਵੀ ਜਿੰਨਾ ਚਿਰ ਪਰਿਵਾਰ ਦਾ ਕਬਜ਼ਾ, ਮਤਲਬ ਜੇ ਪਰਿਵਾਰ ਦਾ ਕਬਜ਼ਾ ਪਾਸੇ ਹੋ ਜਾਏ ਤੇ ਫਿਰ ਚੱਲ ਜਾਓਗੇ। ਸੋ ਸਵਾਲ ਇਹ ਆ ਕਿ ਇਸ ਵੇਲੇ ਢੀਂਡਸਾ ਸਾਹਿਬ ਨੂੰ ਇਹ ਗੱਲ ਕਿਉਂ ਕਹਿਣੀ ਪਈ? ਇੰਜ ਤਾਂ ਨਹੀਂ ਕਿ ਉਹਨਾਂ ਦੇ ਦੂਜੀ ਕਤਾਰ ਦੇ ਆਗੂਆਂ ਨੂੰ ਸੁਖਬੀਰ ਬਾਦਲ ਸਿੰਘ ਹੱਥ ਫੇਰ ਰਹੇ ਆ, ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਕਿ ਤੁਹਾਡੇ ਲੀਡਰ ਤਾਂ ਇੱਕ ਦਿਨ ਆ ਹੀ ਜਾਣੇ ਆ, ਤੁਸੀਂ ਪਹਿਲਾਂ ਆ ਜਾਓ। ਸੋ ਇਹ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਦਿਸ਼ਾ ਹੈ ਕਿ ਕੀ ਅਕਾਲੀ ਦਲ ਹੁਣ ਆਪਣੇ ਨਾਲੋਂ ਟੁੱਟੇ ਲੋਕਾਂ ਨੂੰ ਜੋੜਨ ਲਈ ਸਿਰ ਧੜ ਦੀ ਬਾਜੀ ਲਾ ਕੇ ਬੈਠਾ? ਰੰਧਾਵਾ ਜੀ, ਪਹਿਲੇ ਵੀ ਸੇਵਾ ਸਿੰਘ ਸੇਖੋਂ ਉਹਨਾਂ ਦਾ ਆਮ ਆਦਮੀ ਪਾਰਟੀ ਜਾਣਾ ਔਰ ਅਜਨਾਲਾ ਉਹਨਾਂ ਦਾ ਘਰ ਵਾਪਸੀ ਕਰਨਾ, ਉਹ ਆਪਣੇ ਆਪ ਵਿੱਚ ਜਿਹੜਾ ਅਕਾਲੀ ਦਲ ਸੰਯੁਕਤ ਬਣਾਇਆ ਸੀਗਾ, ਉਹ ਲੱਗਦਾ ਨਹੀਂ ਕੋਈ ਸੰਯੁਕਤ ਰਿਹਾ। ਢੀਂਡਸਾ ਸਾਹਿਬ ਵੀ ਜਦ ਬਾਹਰ ਗਏ ਸੀਗੇ ਤੇ ਸਿਆਸੀ ਹਲਕਿਆਂ ਦੇ ਵਿੱਚ ਇਹ ਗੱਲ ਬੜੀ ਪੁਰਜ਼ੋਰ ਤਰੀਕੇ ਨਾਲ ਕਹੀ ਜਾਂਦੀ ਸੀਗੀ ਕਿ ਭਾਜਪਾ ਦੇ ਨਾਲ ਕੋਈ ਨਾ ਕੋਈ ਉਹਨਾਂ ਦੀ ਸਾਂਠਗਾਂਠ ਹੈਗੀ ਹੈ। ਅਕਾਲੀ ਦਲ ਭਾਜਪਾ ਦਾ ਅਲਾਇੰਸ ਟੁੱਟਣਾ, ਉਸ ਤੋਂ ਬਾਅਦ ਢੀਂਡਸਾ ਉਹਨਾਂ ਦਾ ਭਾਜਪਾ ਦੇ ਨਾਲ ਅਲਾਇੰਸ ਕਰਕੇ 2022 ਦੀ ਚੋਣਾਂ ਲੜੇ ਜਾਣ ਦੀ ਗੱਲ ਸਿਆਸੀ ਹਲਕੇ ਦੇ ਵਿੱਚ ਕੀਤੀ ਜਾਂਦੀ ਸੀ। ਪਰ ਬੀਜੇਪੀ ਦਾ ਸਿਆਸੀ ਤੌਰ ਤੇ ਖਾਸ ਕਰਕੇ ਕਿਸਾਨੀ ਸੰਘਰਸ਼ ਦੇ ਰਾਹੀਂ
ਹਜੇ ਤੱਕ ਪੰਜਾਬ ਦੇ ਵਿੱਚ ਕੋਈ ਉਹਦਾ ਆਧਾਰ ਨਹੀਂ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨਾਲ ਢੀਂਡਸਾ ਸਾਹਿਬ ਦੇ ਅਲਾਈਅੰਸ ਹੋਣ ਦੇ ਉੱਤੇ ਗੱਲ 2 ਕਦਮ ਵੱਧਦੀ ਹੈ, 4 ਕਦਮ ਪਿੱਛੇ ਹੋ ਜਾਂਦੀ ਹੈ, ਉੱਥੇ ਵੀ ਕੋਈ ਗੱਲ ਨਹੀਂ ਬਣ ਰਹੀ। ਇੱਦਾਂ ਗੱਲਬਾਤ ਦੇ ਵਿੱਚ ਇਹ ਗੱਲ ਦਾ ਨਿਕਲਣਾ ਕਿ ਢੀਂਡਸਾ ਉਹਨਾਂ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਦੇ ਨੇ, ਉਸ ਗੱਲ ਦਾ ਜਵਾਬ ਅੱਜ ਉਹਨਾਂ ਨੇ ਦਿੱਤਾ ਹੈ ਕਿ ਅਸੀਂ ਮਰਦੇ ਜਿੰਦੇ ਜੀ ਕਦੀ ਵੀ ਅਕਾਲੀ ਦਲ ਵਿੱਚ ਸ਼ਾਮਿਲ ਨਹੀਂ ਹੋ ਸਕਦੇ। ਜਿਨ੍ਹਾਂ ਮੁੱਦਿਆਂ ਤੇ ਜਿਨ੍ਹਾਂ ਗੱਲਾਂ ਕਰਕੇ ਜਿਹੜੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਵਿਰੋਧ ਦੇ ਵਿੱਚ ਉਹ ਅਕਾਲੀ ਦਲ ਉਹਨਾਂ ਨੇ ਛੱਡਿਆ ਸੀਗਾ, ਉਹ ਮੁੱਦੇ ਅੱਜ ਵੀ ਉੱਦਾਂ ਦੇ ਹੈਗੇ ਨੇ। ਇਹ ਆਪਣੇ ਆਪ ਵਿੱਚ ਇੱਕ ਮੈਸੇਜ ਹੋਇਆ, ਭਾਵੇਂ ਸਿਆਸੀ ਹਲਕਿਆਂ ਦੇ ਵਿੱਚ ਜਦ ਸਾਰੇ ਸਮੀਕਰਨਾਂ ਦੀ ਗੱਲ ਆਉਂਦੀ ਹੈ ਤੇ ਢੀਂਡਸਾ ਸਾਹਿਬ ਉਹਨਾਂ ਦੀ ਬਹੁਤੀ ਚਰਚਾ ਨਹੀਂ ਹੋ ਰਹੀ। ਇਹ ਗੱਲ ਕਿਸੇ ਵੀ ਲੀਡਰ ਨੂੰ ਤੰਗ ਜ਼ਰੂਰ ਕਰਦੀ ਹੈ, ਪਰ ਉਹ ਤੰਗ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਅੱਜ ਆਪਣੀ ਗੱਲ ਸਾਫ਼ ਕਰਤੀ ਕਿ ਜੋ ਮਰਜ਼ੀ ਹੋ ਜਾਏ, ਅਸੀਂ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਦੀ ਲੀਡਰਸ਼ਿਪ ਵਿੱਚ ਕਦੀ ਵੀ ਘਰ ਵਾਪਸੀ ਨਹੀਂ ਕਰ ਸਕਦੇ। ਬਿਲਕੁਲ ਠੀਕ ਹੈ। ਔਰ ਉਹਨਾਂ ਕੋਲ ਇੱਕ ਹੀ ਰਸਤਾ ਸੀ ਕਿ ਉਹ ਪੰਥਕ ਸਿਆਸਤ ਕਰਦੇ, ਬਾਕੀ ਸਿਆਸਤ ਨੂੰ ਉਸ ਪਾਸੇ ਕਰਕੇ ਜੇ ਪੰਥਕ ਸਿਆਸਤ ਕਰਦੇ ਜਿਹੜੀ ਅਕਾਲੀ ਦਲ ਦੀ ਮੇਨ ਧਰੋਰ ਸੀ, ਤਾਂ ਸ਼ਾਇਦ ਉਹ ਅਕਾਲੀ ਦਲ ਬਾਦਲ ਨੂੰ ਕਿਸੇ ਹੱਦ ਤੱਕ ਨੁਕਸਾਨ ਪਹੁੰਚਾ ਸਕਦੇ ਸੀ। ਜਿਹੜੀ ਰਵਾਇਤੀ ਲੀਡਰਸ਼ਿਪ, ਜਿਹੜੀ ਪੰਥਕ ਵੋਟ ਬੈਂਕ ਸੀਗਾ, ਜਿਹੜਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਸੀ, ਉਹ ਇੱਕ ਰਾਹ ਲੱਭਦਾ ਸੀ, ਉਹ ਰਾਹ ਦੇ ਸਕਦੇ ਸੀ ਸੁਖਦੇਵ ਸਿੰਘ ਢੀਂਡਸਾ। ਪਰ ਸ਼ਾਇਦ ਉਹ ਵੀ ਉਸੇ ਹੀ ਧਾਰਾ ਚੋਂ ਆਏ ਸੀ ਜਿਹੜੀ ਬਾਦਲਕਿਆਂ ਨੇ ਬਹੁਤ ਪਹਿਲਾਂ ਤੋਂ ਲਾਈਨ ਖਿੱਚਦੀ ਸੀ। ਅਜੇ ਉਹ ਵੀ ਆਪਣਾ ਮਾਈਂਡਸੈਟ ਤਬਦੀਲ ਨਹੀਂ ਕਰ ਸਕੇ, ਉਹ ਵੀ ਸਟੇਟਮੈਂਟਸ ਤੱਕ ਰਹਿ ਗਏ। ਜੇ ਉਹ ਗਰਾਊਂਡ ਤੇ ਜਾ ਕੇ, ਜ਼ਮੀਨ ਤੇ ਜਾ ਕੇ ਪੰਥਕ ਰਹੁ ਰੀਤਾਂ ਦੇ ਨਾਲ ਅੱਗੇ ਵੱਧ ਜਾਂਦੇ ਤੇ ਪੰਥਕ ਰਹੁ ਰੀਤਾਂ ਨੂੰ ਮੰਨਣ ਵਾਲਿਆਂ ਨੂੰ ਨਾਲ ਜੋੜ ਲੈਂਦੇ, ਤਾਂ ਅਕਾਲੀ ਦਲ ਲਈ ਉਹ ਸੰਕਟ ਬਣ ਸਕਦੇ ਸੀ। ਅਜੇ ਵੀ ਉਹਨਾਂ ਕੋਲ ਕਾਫੀ ਸਕੋਪ ਨੇ, ਇਸ ਤੋਂ ਪਹਿਲਾਂ ਕਿ ਉਹਨਾਂ ਦੇ ਬਹੁਤ ਸਾਰੇ ਲੋਕ ਛੱਡ ਕੇ ਚਲੇ ਜਾਣ। ਅਜੇ ਵੀ ਉਹਨਾਂ ਨੂੰ ਸਰਗਰਮ ਤੌਰ ਤੇ ਰਾਜਨੀਤੀ ਨੂੰ ਅੱਗੇ ਵਧਾ ਲੈਣਾ ਚਾਹੀਦਾ। ਸਿਰਫ ਸਟੇਟਮੈਂਟਾਂ ਤੱਕ, ਸਿਰਫ ਪਾਰਟੀ ਦਫ਼ਤਰ ਦੇ ਵਿੱਚ ਬੈਠ ਕੇ 4 ਕੱਪ ਚਾਹ ਪੀ ਲੈਣ ਨਾਲ ਗੱਲ ਨਹੀਂ ਬਣਦੀ। ਗੱਲ ਲੋਕਾਂ 'ਚ ਜਾਣਾ ਪਊਗਾ। ਉਹ ਲੋਕ ਜਿਹੜੇ ਘਰਾਂ 'ਚ ਬਹਿ ਗਿਆ, ਉਹ ਲੋਕ ਜਿਨ੍ਹਾਂ ਨੂੰ ਤੁਸੀਂ ਐਕਟੀਵੇਟ ਕਰ ਸਕਦੇ ਹੋ, ਇਹ ਇੱਕ ਇਹਨਾਂ ਲਈ ਵੱਡਾ ਸੰਕਟ ਹੈ। ਵੇਖੋ ਅਗਲੇ ਦਿਨਾਂ ਦੇ ਵਿੱਚ ਇਹ ਸੰਕਟ ਟਲਦਾ ਜਾਂ ਗਹਿਰਾ ਹੁੰਦਾ, ਕੁਝ ਲੋਕ ਮੁੜ ਜਾਂਦੇ ਆ ਜਾਂ ਹੋਰ ਇਹਨਾਂ ਵੱਲ ਆ ਜਾਂਦੇ ਆ। ਬੜੇ ਵੱਡੇ ਤਿੱਖੇ ਸਵਾਲ ਆ, ਲੇਕਿਨ ਪੰਜਾਬ 'ਚ ਕੁਝ ਨਹੀਂ ਬਦਲ ਰਿਹਾ। ਪੰਜਾਬ 'ਚ ਬਦਲਾਅ ਚਾਹੀਦਾ ਹੈ, ਕੁਝ ਪੋਜ਼ਿਟਿਵ ਸਕਾਰਾਤਮਕ ਬਦਲਾਅ, ਉਹਦੇ ਲਈ ਲੋਕ ਤਾਂਘਦੇ ਆ। ਉਹ ਰੀਝ, ਉਹ ਤਾਂਘ ਕੌਣ ਪੂਰੀ ਕਰਦਾ? ਕਿਉਂਕਿ ਅਜੇ ਤੱਕ ਆਮ ਆਦਮੀ ਪਾਰਟੀ ਵੀ ਕੋਈ ਚਿਹਰਾ ਮੂਹਰਾ ਨਹੀਂ ਦੇ ਸਕੀ। ਅੰਦਰ ਦੀ ਲੜਾਈ ਉਹਨਾਂ ਦੀ ਵੀ ਕਾਇਮ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।